ਨਿੱਜਰ ਦੇ ਕਤਲ ਦੀ ਤਾਂ ਬਹੁਤ ਰੌਲਾ ਪਿਆ, ਜਿਹੜਾ ਹਰਦੀਪ ਨਿੱਜਰ ਦਾ ਕਤਲ ਹੋਇਆ ਸਾਰੇ ਪਾਸੇ ਰੌਲਾ ਪਿਆ। ਉਸੇ ਤਰ੍ਹਾਂ ਉਸ ਤੋਂ ਪਹਿਲਾਂ ਰਿਪੂਦਮਨ ਮਲਿਕ ਦਾ ਕਤਲ ਪਿਆ, ਉਦੋਂ ਕੋਈ ਬੋਲਦਾ ਹੀ ਨਹੀਂ ਜੀ। ਉਹ ਵੀ ਤਾਂ ਇੱਕ ਲੈਵਲ ਤੇ ਖਾਲਿਸਤਾਨੀ ਸੀਗਾ ਜੀ ਕਿਸੇ ਟਾਈਮ। ਟਰੂਡੋ ਔਰ ਮੋਦੀ ਦੀ ਆਪਸ ਵਿੱਚ ਗੱਲਬਾਤ ਆ, ਉਹਦੇ ਵਿੱਚ ਕਾਫੀ ਤਲਖੀ ਵਾਲੀ ਗੱਲ ਹੋਈ ਹੈ, ਜਿਹਦੇ ਕਰਕੇ ਇਹ ਸਾਰਾ ਹੋਇਆ। ਐਂਡ ਆਫ ਦੀ ਸਟੋਰੀ ਇਹ ਹੈ ਕਿ ਟਰੂਡੋ ਨੇ ਵੀ ਤੇ ਮੋਦੀ ਨੇ ਜਿਹੜੀ ਹੈਗੀ ਆ ਇਲੈਕਸ਼ਨ ਲੁੱਟਣੀ। ਹੁਣ ਕਈ ਵਾਰੀ ਤੁਸੀਂ ਡੱਬਾ ਚੱਕ ਕੇ ਨਹੀਂ ਭੱਜ ਸਕਦੇ, ਉਹ ਤੌਰ ਤਰੀਕੇ ਬਦਲ ਜਾਂਦੇ ਆ, ਕਿਉਂਕਿ ਜਿਹੜਾ ਮੀਡੀਆ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ, ਇਹਦੇ ਵਿੱਚ ਮਿੰਟ 'ਚ ਐਕਸਪੋਜ਼ ਹੋ ਜਾਂਦਾ। ਹੁਣ ਤਾਂ ਇਨਸੀਡੈਂਟ ਹੋਇਆ ਨਹੀਂ, 5 ਮਿੰਟਾਂ 'ਚ ਲਾਲਾ ਹੋ ਜਾਂਦੀ ਹੈ। ਬਿੰਦੂ ਜੀ ਜਿਹੜੀ ਦੇਖਣ ਵਾਲੀ ਗੱਲ ਆ ਉਹ ਹੈਗੀ ਸਟੇਟਮੈਂਟ ਜਸਟਿਨ ਟਰੂਡੋ ਦੀ, ਜਿਹੜੀ ਪਾਰਲੀਮੈਂਟ ਦੇ ਵਿੱਚ ਜਿਹੜੀ ਬਹੁਤ ਹੀ ਹਾਸੋਹੀਣੀ। Credible allegations of a potential link between agents of the government of India and the killing of a Canadian citizen, Hardeep Singh Nijjar. ਲੱਗਦਾ ਇਹੀ ਹੈ ਕਿ ਆਪਣੇ ਦੇਸ਼ ਦੀ ਜਿਹੜੀ ਉਹਨਾਂ ਦੀ ਅੰਦਰੂਨੀ ਪੋਲਿਟਿਕਸ ਹੈ, ਉਹਦਾ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਰਿਹਾ ਸੀ ਜੀ। ਜਿਸ ਦਿਨ ਇਨਵੈਸਟੀਗੇਸ਼ਨ ਪੂਰੀ ਹੋ ਗਈ ਤੇ ਉਹ ਉੱਥੇ ਉਹ ਸਬੂਤ ਪੇਸ਼ ਕਰਤਾ ਕਿ ਭਾਰਤ ਉਹਦੇ ਵਿੱਚ ਇਨਵੋਲਵਡ ਆ, ਮੁਲਵਜ਼ ਆ, ਫਿਰ ਭਾਰਤ ਦੀ ਮੁਜ਼ੰਮਤ ਸ਼ੁਰੂ ਹੋਏਗੀ। ਅੱਛਾ, ਜੇ ਦੂਸਰੇ ਪਾਸੇ ਹੋਇਆ ਕੋਈ ਹੋਰ ਹੀ ਨਿਕਲਿਆ ਫਿਰ ਕੀ ਹੋਊਗਾ? ਸਦਾਮ ਹੁਸੈਨ ਵੇਲੇ ਇਹੀ ਏਜੰਸੀਆਂ ਨੇ ਕਿਹਾ ਸੀ ਕਿ ਜੀ ਇਰਾਕ ਦੇ ਵਿੱਚ ਵੈਪਨਸ ਆਫ ਮਾਸ ਡਿਸਟਰਕਸ਼ਨ, ਉਹਨਾਂ ਨੇ ਜੀ ਮਾਰ ਬੰਬ ਸਾਰਾ ਦੇਸ਼ ਦਾ ਸ਼ੋਰਾ ਕੱਢਤਾ, ਦੇਸ਼ ਢਾਹ ਕੇ ਬੁਰਾ ਹਾਲ ਕਰਤਾ, ਲੱਖਾਂ ਲੋਕੀ ਮਰ ਗਏ, ਬੇਘਰ ਹੋ ਗਏ। ਸਦਾਮ ਹੁਸੈਨ ਨੂੰ ਮਾਰਤਾ, ਉਹਨਾਂ ਦਾ ਤੇਲ ਲੁੱਟਿਆ ਇਹਨਾਂ ਨੇ ਦੱਬ ਕੇ ਜੀ, ਤੇ ਵੈਪਨਸ ਆਫ ਮਾਸ ਡਿਸਟਰਕਸ਼ਨ ਦਾ ਨਿਕਲਿਆ ਨਹੀਂ। ਤੇ ਉਹ ਇੰਟੈਲੀਜੈਂਸ ਫਿਰ ਉਹਦੀ ਹੁਣ ਜਵਾਬਦੇਹੀ ਕੌਣ ਕਰੂਗਾ ਜੀ? ਨਾ ਤਾਂ ਭਾਰਤ ਦਾ ਕੈਨੇਡਾ ਦੇ ਨਾਲ ਬਾਰਡਰ ਸਾਂਝਾ ਜੀ, ਨਾ ਸਾਡਾ ਕੋਈ ਲੈਂਡ ਡਿਸਪਿਊਟ ਆ, ਨਾ ਪਾਣੀ ਦਾ ਡਿਸਪਿਊਟ ਆ ਜਿਵੇਂ ਪਾਕਿਸਤਾਨ ਦੇ ਨਾਲ ਆ, ਟੈਰੀਟੋਰੀਅਲ ਡਿਸਪਿਊਟ ਆ, ਵਾਟਰ ਡਿਸਪਿਊਟ ਆ, ਹੋਰ ਕਈ ਡਿਸਪਿਊਟਸ ਨੇ। ਸਾਡਾ ਨੇਪਾਲ ਨਾਲ ਵੀ ਡਿਸਪਿਊਟ ਆ, ਸਾਡਾ ਬੰਗਲਾਦੇਸ਼ ਨਾਲ, ਬਰਮਾ ਦੇ ਨਾਲ ਡਿਸਪਿਊਟ, ਈਵਨ ਚਾਈਨਾ ਦੇ ਨਾਲ ਡਿਸਪਿਊਟ। ਕੈਨੇਡਾ ਦੇ ਨਾਲ ਤਾਂ ਹੈ ਨਹੀਂ ਸੀ, ਕੈਨੇਡਾ ਤਾਂ ਸਾਡਾ ਕਿਸੇ ਟਾਈਮ ਤੇ ਬਹੁਤ ਤਕੜਾ ਅਲਾਈ ਸੀ। ਫਿਰ ਉੱਥੇ ਜਾ ਕੇ ਜੀ ਇਹ ਕਿਉਂ ਬਣਾਉਣਾ ਪੈ ਗਿਆ? ਵਾਕਈ ਹੈਰਾਨੀ ਦੀ ਗੱਲ ਆ ਕਿ ਸੋਸ਼ਲ ਮੀਡੀਆ ਦੇ ਵਿੱਚ ਉਸ ਨੂੰ ਵੀ ਗੈਂਗਸਟਰ ਨੂੰ ਵੀ ਖਾਲਿਸਤਾਨੀ ਔਰ ਖਾਲਿਸਤਾਨੀ ਅਗੇਨ ਜਿਵੇਂ ਤੁਸੀਂ ਪਹਿਲਾਂ ਕਿਹਾ ਉਹ ਪੱਗ ਨਾਲ ਐਸੋਸੀਏਟਡ ਹੈ। ਹੁਣ ਜਿਹੜੀ ਇੱਕ ਗੈਂਗਸਟਰ ਨੂੰ ਪਹਿਲਾਂ ਖਾਲਿਸਤਾਨੀ ਬਣਾ ਦਿਓ, ਖਾਲਿਸਤਾਨੀ ਨੂੰ ਫਿਰ ਪੱਗ ਨਾਲ ਐਸੋਸੀਏਟ ਕਰ ਦਿਓ, ਜਿਹਨੇ ਫਿਰ ਸਾਰੇ ਪੱਗਾਂ ਵਾਲੇ ਖਾਲਿਸਤਾਨੀ। ਕਿ ਕਿੱਥੇ ਮੈਂ ਹੁਣ ਉਹਦਾ ਨਾਮ ਨਹੀਂ ਲੈਣਾ, ਇੱਕ ਆਪਣੇ ਆਪ ਨੂੰ ਸਟਾਰ ਕਹਿੰਦੀ ਹੈ, ਉਹ ਕਹਿੰਦੀ ਹੈ ਜੀ ਕਿ ਸਿੱਖਾਂ ਨੂੰ ਆਪਣੀ ਜਿਹੜੀ ਨੈਸ਼ਨਲਿਜ਼ਮ ਅਪਰੂਵ ਕਰਨੀ ਚਾਹੀਦੀ। ਤੇ ਭਾਈ ਤੂੰ ਕੌਣ ਹੋਊਗੀ ਤੇ ਸਾਨੂੰ ਦੱਸਣ ਵਾਲੀ? ਇਹ ਅਸੀਂ ਤਾਂ ਅਪਰੂਵ ਕਰ ਚੁੱਕੇ ਹਾਂ ਵੀ ਜਿਹੜੇ ਸਿੱਖ ਨੇ ਉਹ ਆਪਣੀ ਨੈਸ਼ਨਲਿਜ਼ਮ, ਲਾਇਲਟੀ ਜਾਂ ਜਿਹੜੀ ਉਹਨਾਂ ਦੀ ਦ੍ਰਿੜਤਾ ਹੈ ਵੀ ਜਿਹੜੇ ਵੀ ਕੰਮ ਕਰਨਾ, ਚਾਹੇ ਅਸੀਂ ਇੰਡੀਅਨ ਨੈਸ਼ਨਲ ਆ, ਚਾਹੇ ਅਸੀਂ ਕੈਨੇਡੀਅਨ ਨੈਸ਼ਨਲ ਆ, ਯੂਕੇ ਦੇ ਨੈਸ਼ਨਲ, ਜਿੱਥੇ ਦੇ ਵੀ ਨੈਸ਼ਨਲ ਬਣ ਜਾਂਦੇ ਅਸੀਂ ਉੱਥੇ ਦ੍ਰਿੜਤਾ ਦੇ ਔਰ ਲਾਇਲਟੀ ਦੇ ਨਾਲ ਕੰਮ ਕਰਦੇ। ਲਾਇਲਟੀ ਤਾਂ ਇੱਥੇ ਪ੍ਰੂਵ ਹੁੰਦੀ ਹੈ ਕਿ ਕੱਲ ਪਰਸੋਂ ਚੌਥੇ ਦੇ ਵਿੱਚ ਆਪਾਂ ਦੇਖ ਲਈਏ, ਅੱਜ ਵਿੱਚ ਵੀ ਦੇਖ ਲਈਏ ਤਾਂ 3 ਜਿਹੜੇ ਨੇ ਜਵਾਨ ਜਿਹੜੇ ਨੇ ਉਹ ਸਰਹੱਦ ਤੋਂ ਵਾਪਸ ਆਏ ਨੇ ਅਨੰਤਨਾਗ ਤੋਂ, ਉਹ ਵੀ ਬਾਕਸ ਦੇ ਵਿੱਚ ਬੰਦ ਹੋ ਕੇ। ਇਸ ਤੋਂ ਵੱਡੀ ਲਾਇਲਟੀ ਹੋਰ ਕੀ ਹੋ ਸਕਦੀ ਹੈ? ਅੱਜ ਵੀ ਆਏ ਹੈ, ਜਦ ਕਿ ਉਸ ਜਿਹੜੀ ਉਹਦੀ ਵਾਈਫ ਹੈਗੀ ਹੈ, ਉਹਦੇ ਪੇਟ ਦੇ ਵਿੱਚ ਬੱਚਾ ਇਸ ਟਾਈਮ ਤੇ ਇਹ ਟ੍ਰੈਜਡੀਜ਼ ਸਾਡੀ ਜਿਹੜੀ ਹੈਗੀ ਹੈ, ਇਹ ਟ੍ਰੈਜਡੀਜ਼ ਕਾਹਦੇ ਵਾਸਤੇ ਹੋ ਰਹੀਆਂ? ਪੋਲੀਟੀਸ਼ੀਅਨ ਦੀਆਂ ਟ੍ਰੈਜਡੀਜ਼ ਨੇ ਨਾ, ਔਰ ਉਹਨਾਂ ਦੇ ਬੱਚੇ ਤਾਂ ਆਉਂਦੇ ਨਹੀਂ ਡੱਬਿਆਂ 'ਚ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਅਨਕਟ ਗੱਲਬਾਤ। ਅੱਜ ਅਸੀਂ ਜਿਹੜੀ ਇਸ ਦੇ ਵਿੱਚ ਗੱਲਬਾਤ ਕਰਨੀ ਹੈ, ਉਹਦਾ ਵਿਸ਼ਾ ਜਿਹੜਾ ਹੈ ਉਹ ਇਸ ਟਾਈਮ ਬਹੁਤ ਚਰਚਾ ਦੇ ਵਿੱਚ ਹੈਗਾ। ਖਾਸ ਕਰਕੇ ਜੇ ਗੱਲ ਕਰੀਏ ਤਾਂ ਕੈਨੇਡਾ ਤੇ ਇੰਡੀਆ ਦੇ ਰਿਲੇਸ਼ਨਸ ਇਸ ਟਾਈਮ ਡਗਮਗਾਏ ਹੋਏ ਨੇ ਪੂਰੇ ਤਰੀਕੇ ਦੇ ਨਾਲ। ਵੀਜ਼ਾਸ ਜਿਹੜੇ ਨੇ ਉਹ ਭਾਰਤ ਸਰਕਾਰ ਨੇ ਮਨਾ ਕਰ ਦਿੱਤਾ ਦੇਣ ਤੋਂ ਕੈਨੇਡੀਅਨ ਸਿਟੀਜ਼ਨਸ ਨੂੰ। ਹੋਰ ਵੀ ਇਹਦੇ ਬਿਨਾਂ ਜਿਹੜੀ ਪੋਲੀਟੀਕਲ ਇੱਕ ਕਸ਼ਮਕਸ਼ ਜਾਂ ਟਗ ਆਫ ਵਾਰ ਲੱਗੀ ਹੋਈ ਹੈ, ਉਹ ਆਪਣੇ ਆਪ ਦੇ ਵਿੱਚ ਜਿਹੜਾ ਫੋਰਨ ਪਾਲਿਸੀ ਹੈਗੀ ਹੈ, ਚਾਹੇ ਉਹ ਕੈਨੇਡਾ ਦੀ ਹੈ ਚਾਹੇ ਇੰਡੀਆ ਦੀ ਹੈ, ਉਸ 'ਤੇ ਵੀ ਕਈ ਤਰ੍ਹਾਂ ਦੀਆਂ ਜਿਹੜੇ ਸਵਾਲ ਵੀ ਲਾਉਂਦੀ ਹੈ ਤੇ ਉਸ ਦੇ ਨਾਲ ਹੀ ਜਵਾਬ ਵੀ ਦਿੰਦੀ ਹੈ। ਪਰ ਇਹ ਸਾਰਾ ਕੁਝ ਹੋ ਕਿਉਂ ਰਿਹਾ ਔਰ ਕੀ ਹੈ ਸਭ ਕੁਝ? ਇਸ 'ਤੇ ਲਗਾਤਾਰ ਕਿਉਂਕਿ ਕਾਫੀ ਦਿਨਾਂ ਤੋਂ ਸਾਰਿਆਂ ਦੀ ਨਜ਼ਰ ਟਿਕੀ ਹੋਈ ਹੈ, ਪੂਰੇ ਵਿਸ਼ਵ ਦੀ ਟਿਕੀ ਹੋਈ ਹੈ। ਪਰ ਖਾਸ ਕਰਕੇ ਜੇ ਗੱਲ ਕਰੀਏ ਤਾਂ ਕੈਨੇਡਾ ਔਰ ਖਾਸ ਕਰਕੇ ਇੰਡੀਆ ਦੀ ਪੱਤਰਕਾਰਾਂ ਦੀ, ਮੀਡੀਆ ਦੀ ਤੇ ਉਹਨਾਂ ਲੋਕਾਂ ਦੀ ਟਿਕੀ ਹੋਈ ਹੈ, ਕਿਉਂਕਿ ਪੰਜਾਬ ਦੀ ਜਾਂ ਫਿਰ ਜੇ ਇੰਡੀਆ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਬਾਹਰ ਇੱਥੋਂ ਰਹਿੰਦੇ ਨੇ ਕੈਨੇਡਾ ਦੇ ਵਿੱਚ ਖਾਸ ਕਰਕੇ। ਔਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਵੱਡੀ ਜਿਹੜੀ ਆਬਾਦੀ ਹੈਗੀ ਹੈ ਕੈਨੇਡਾ ਦੀ, ਉਹਦੇ ਵਿੱਚ ਪੰਜਾਬ ਦਾ ਇੱਕ ਹਿੱਸਾ ਹੈਗਾ। ਇਸ ਸਾਰੇ 'ਤੇ ਅਸੀਂ ਅੱਜ ਨਜ਼ਰਸਾਨੀ ਕਰਾਂਗੇ, ਗੱਲਬਾਤ ਕਰਾਂਗੇ, ਖੁੱਲ੍ਹ ਕੇ ਕਰਾਂਗੇ।
ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਦੇ ਐਂਗਲਸ ਜਿਹੜੇ ਨੇ ਉਹਨਾਂ ਨੂੰ ਅਸੀਂ ਕਵਰ ਕਰ ਸਕੀਏ। ਸਾਡੇ ਨਾਲ ਅੱਜ ਸਰਬਜੀਤ ਪੰਧੇਰ ਨੇ, ਜਿਹੜੇ ਕਿ ਬਹੁਤ ਹੀ ਸੀਨੀਅਰ ਪੱਤਰਕਾਰ ਨੇ, ਬਹੁਤ ਹੀ ਸੀਨੀਅਰ ਇਸ ਕਰਕੇ ਕਹਿਣਾ ਪੈ ਰਿਹਾ ਕਿਉਂਕਿ ਉਹ ਬਹੁਤ ਹੀ ਸੁਲਝੇ ਹੋਏ ਪੱਤਰਕਾਰ ਨੇ ਔਰ ਬਹੁਤ ਹੀ ਅਹਿਮ ਤਰੀਕੇ ਦੇ ਨਾਲ ਆਪਣੀ ਹਰ ਜਿਹੜੀ ਹੈ ਉਹ ਗੱਲਬਾਤ ਕਹਿੰਦੇ ਨੇ ਜਾਂ ਤਕਰੀਰ ਦਿੰਦੇ ਨੇ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਬਿੰਦੂ ਜੀ। ਪਹਿਲੇ ਤਾਂ ਸਰ ਮੈਂ ਸੌਰੀ ਮੰਗਦੀ ਹਾਂ, ਤੁਹਾਨੂੰ ਤਕਲੀਫ ਦਿੱਤੀ, ਤੁਹਾਡੀ ਤਬੀਅਤ ਖਰਾਬ ਸੀਗੀ, ਫਿਰ ਵੀ ਤੁਸੀਂ ਸਾਨੂੰ ਟਾਈਮ ਦਿੱਤਾ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਪੱਤਰਕਾਰੀ ਵਾਸਤੇ ਤੇ ਲੋਕਾਂ ਦੇ ਮੁੱਦਿਆਂ ਵਾਸਤੇ ਹਮੇਸ਼ਾ ਹਾਜ਼ਰ ਰਹਿਣਾ। ਜੀ ਸਰ। ਸਰ, ਪਹਿਲੇ ਤਾਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਬਹੁਤ ਦਿਨਾਂ ਤੋਂ ਸਾਰੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹੈ। ਗੱਲ ਸ਼ੁਰੂ ਹੋਈ ਇੱਕ ਗੈਂਗਸਟਰ ਤੋਂ, ਗੈਂਗਸਟਰ ਦੇ ਮਤਲਬ ਤੋਂ ਗੱਲ ਸ਼ੁਰੂ ਹੋਈ ਹੈ। ਉਹਦੇ ਪਹਿਲੇ ਜਿਹੜੀ ਹੈਗੀ ਇੱਕ ਹੋਰ ਗੱਲ ਸ਼ੁਰੂ ਹੋਈ ਹੈ, ਮਤਲਬ ਗੈਂਗਸਟਰ ਜਿਹੜਾ ਹੁਣ ਮਾਰਿਆ ਗਿਆ ਉਹਦੀ ਵੀ ਗੱਲ ਵਿੱਚੇ ਆ ਗਈ ਹੈ। ਉਸ ਤੋਂ ਪਹਿਲੇ ਜਿਹੜੀ ਗੱਲ ਸ਼ੁਰੂ ਹੋਈ ਹੈ ਉਹ ਹੋਈ ਹੈ ਨਿੱਜਰ ਨੂੰ ਲੈ ਕੇ, ਔਰ ਜਿੱਥੋਂ ਤੱਕ ਨਿੱਜਰ ਦੀ ਗੱਲ ਕਰੀਏ ਤਾਂ ਉੱਥੋਂ ਗੱਲ ਸ਼ੁਰੂ ਹੁੰਦੇ ਹੁੰਦੇ ਇੰਨੀ ਜ਼ਿਆਦਾ ਪੋਲੀਟੀਕਲ ਗੇਮ ਇੱਕ ਬਣਦੀ ਚਲੀ ਜਾ ਰਹੀ ਹੈ। ਦੋਨੋਂ ਤਰਫ ਤੋਂ ਤਾਬੜਤੋੜ ਤਰੀਕੇ ਦੇ ਨਾਲ ਜਿਹੜੇ ਹੈ ਉਹ ਲੀਡਰਸ, ਪੋਲੀਟੀਕਲ ਜਿਹੜੇ ਲੀਡਰਸ ਨੇ ਉਹ ਬਿਆਨਬਾਜ਼ੀਆਂ ਕਰ ਰਹੇ ਨੇ ਇਸ ਨੂੰ ਲੈ ਕੇ। ਕਿਵੇਂ ਦੀ ਹੈ ਸਾਰੀ ਦੀ ਸਾਰੀ ਇੱਕ ਟਰਮੋਇਲ ਲਈ ਕਹਿ ਸਕਦੇ ਇਹਨੂੰ ਬਣਿਆ ਹੋਇਆ ਇਸ ਟਾਈਮ? ਤੁਸੀਂ ਪਹਿਲਾਂ ਤਾਂ ਤੁਸੀਂ ਆਪਣਾ ਇਹਦੇ ਤੇ ਕੀ ਰੱਖੋਗੇ ਟੇਕ? ਬਿੰਦੂ ਜੀ, ਸੋਸ਼ਲ ਮੀਡੀਆ ਦੇ ਉੱਤੇ ਮੈਂ ਵੀ ਇਹਦੇ 'ਚ ਬਹੁਤ ਸਾਰੇ ਪੱਖ ਸੁਣੇ ਵੀ, ਦੇਖੇ ਵੀ, ਤੇ ਲੋਕਾਂ ਦੀਆਂ ਬੜੀਆਂ ਇਹਦੇ ਉੱਤੇ ਐਕਸਟ੍ਰੀਮ ਪੋਜੀਸ਼ਨਸ ਨੇ, ਜਿਹਨੂੰ ਕਹਿੰਦੇ ਆ ਬਹੁਤ ਲੋਕੀ ਆਪਣੀ ਸ਼ਿੱਦਤ ਦੇ ਨਾਲ ਇਹਦੇ ਉੱਤੇ ਬਹਿਸ ਕਰ ਰਹੇ। ਪਰ ਮੈਨੂੰ ਪਿੱਛੇ ਜੇ ਜਿਸ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਆਮ ਲੋਕੀ ਨੇ, ਜਿਹਨੂੰ ਆਪਾਂ ਹੁਣ ਤਾਂ ਚਲੋ ਦੇਖਦੇ ਨਹੀਂ, ਇੱਕ ਖੁੰਡ ਚਰਚਾ ਪਿੰਡਾਂ ਦੇ ਵਿੱਚ ਹੁੰਦੀ ਸੀ, ਉਹਦੀ ਜਦੋਂ ਗੱਲ ਕਰਦੇ ਆ ਤੇ ਉੱਥੇ ਲੋਕੀ ਬੜੇ ਸੁਭਾਵਿਕ ਜਿਹੇ ਤਰੀਕੇ ਦੇ ਨਾਲ ਕਹਿੰਦੇ ਨੇ ਕਿ 2024 ਚ ਭਾਰਤ ਦੇ ਵਿੱਚ ਚੋਣਾਂ ਆਉਣੀਆਂ ਨੇ, ਤੇ ਉਸੇ ਤਰ੍ਹਾਂ ਜਿਹੜਾ ਹੈਗਾ ਸਿਆਸੀ ਤੌਰ ਦੇ ਉੱਤੇ ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਘਰੇ ਵੀ ਘਿਰਿਆ ਹੈ। ਸੋ ਉਹਨਾਂ ਨੂੰ ਕੋਈ ਬਹਾਨਾ ਚਾਹੀਦਾ ਸੀ। ਤੇ ਕੌਮਾਂਤਰੀ ਲੈਵਲ ਦੇ ਉੱਤੇ ਜਿਸ ਤਰੀਕੇ ਦੇ ਨਾਲ ਮੋਦੀ ਸਰਕਾਰ ਆਪਣੇ ਆਪ ਨੂੰ ਜਿਹੜੀ ਹੈਗੀ ਆ ਮਸਲ ਫਲੈਕਸਿੰਗ ਕਰਦੀ ਆ, ਪਹਿਲਾਂ ਵੀ ਕੀਤੀ ਸੀ ਕਿ ਜੀ ਅਸੀਂ ਇੱਕ ਵੱਡੀ ਇਕੋਨਮੀ ਐਮਰਜ ਕਰਕੇ ਆ ਰਹੇ ਹਾਂ, ਤੇ ਉਦੋਂ ਦੁਨੀਆ ਨੇ ਜਾਂ ਜਿਹੜਾ ਵੈਸਟਰਨ ਵਰਲਡ ਆ ਉਹਨਾਂ ਨੂੰ ਬਰਦਾਸ਼ਤ ਨਹੀਂ ਸੀ ਹੋਇਆ। ਇਹ ਕਰਤਾ ਸੀ ਕਿ ਗੌਤਮ ਅਡਾਨੀ ਨੂੰ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਦਿਖਾਇਆ ਸੀ। ਅਗਲੇ ਕੁਛ ਦਿਨਾਂ ਦੇ ਵਿੱਚ ਗੌਤਮ ਅਡਾਨੀ ਦਾ ਜਲੂਸ ਕੱਢ ਕੇ ਰੱਖਤਾ ਸੀ ਤੇ ਉਹਦੇ ਸਾਰਾ ਜਿਹੜਾ ਸੀ ਜਵਾਬ ਦਿੱਤਾ ਸੀ। ਤੇ ਬਿੰਦੂ ਜੀ, ਪੱਤਰਕਾਰਾਂ ਨੂੰ ਚਾਹੀਦਾ ਕਿ ਉਸ ਤੋਂ ਬਾਅਦ ਜੋ ਗੌਤਮ ਅਡਾਨੀ ਦਾ ਜਿਹੜਾ ਇਨਸੀਡੈਂਟ ਹੋਇਆ, ਉਸ ਤੋਂ ਬਾਅਦ ਜਿਹੜੇ ਸਾਡੇ ਵੈਸਟਰਨ ਵਰਲਡ ਆ ਜੀ, ਉਹਨੇ ਭਾਰਤ ਕੋਲੋਂ ਕਿਹੜੇ ਜਿਹੜੇ ਹੈਗੇ ਫਾਇਦੇ ਉਠਾਏ, ਕਿਹੜੇ ਕਾਨੂੰਨ ਤਰਮੀਮ ਹੋਏ ਜਿਹਦੇ ਨਾਲ ਉਹਨਾਂ ਨੂੰ ਫਾਇਦਾ ਹੋਵੇ, ਕਿਹੜੇ ਜਿਹੜੇ ਹੈਗੇ ਆ ਮਲਟੀਨੈਸ਼ਨਲ ਕੰਪਨੀਜ਼ ਨੂੰ ਸਿੱਧੇ ਰਸਤੇ ਮਿਲੇ ਜਿਹੜੀ ਹੈਗੀ ਆ ਭਾਰਤੀ ਜਿਹੜੀ ਹੈਗੀ ਆ ਇੰਡੀਅਨ ਮਾਰਕੀਟ ਵਾਸਤੇ ਜੀ, ਇਹ ਸਾਰੇ ਦੇਖਣ ਵਾਲੇ ਆ। ਸੋ ਮੈਨੂੰ ਕੋਈ ਬਾਹਲੀ ਵੱਡੀ ਇਸ ਦੇ ਵਿੱਚ ਹੈਰਾਨੀ ਨਹੀਂ ਹੋਊਗੀ ਕਿ ਜਿਹੜਾ ਹੈਗਾ ਆਪਾਂ ਪਿੰਡਾਂ ਦੇ ਵਿੱਚ ਕਹਿ ਹੀ ਦੇਈਦਾ ਸੀ ਕਿ ਟੋਬੇ 'ਚ ਡੀਟੀ ਮਾਰ ਕੇ ਵੇਖ ਲਓ ਕੀ ਹੁੰਦਾ। ਅਮਰੀਕਾ ਨੇ ਜਾਂ ਵੈਸਟਰਨ ਵਰਲਡ ਨੇ ਟਰੂਡੋ ਦਾ ਹੱਥ ਵਰਤ ਕੇ ਉਹ ਡੀਟੀ ਮਾਰੀ, ਤੇ ਹੁਣ ਭਾਰਤ ਸਰਕਾਰ, ਇੰਡੀਅਨ ਗਵਰਨਮੈਂਟ, ਮੋਦੀ ਸਰਕਾਰ ਜਿਹੜੀ ਵੀ ਹੈ ਉਹਦੀਆਂ ਬਾਹਾਂ ਮਰੋੜ ਕੇ ਬਈ ਉਹਨਾਂ ਨੂੰ ਡਿਫੈਂਸਿਵ ਕਰਕੇ ਕਿਸੇ ਤਰੀਕੇ ਦੇ ਨਾਲ ਜਿਹੜੇ G20 ਦੇ ਵਿੱਚ ਗਲੋਬਲ ਲੀਡਰ, ਵਿਸ਼ਵ ਗੁਰੂ ਆਪਣੇ ਆਪ ਨੂੰ ਕਹਿਣਾ ਸ਼ੁਰੂ ਕਰ ਰਹੇ ਸੀ, ਉਹਨਾਂ ਦੇ ਕੋਲੋਂ ਹੁਣ ਕਿਹੜੇ ਬੈਨੀਫਿਟ ਲੈਣੇ ਜੀ। ਇਹ ਕਹਿਣ ਦੀ ਕੋਈ ਲੋੜ ਨਹੀਂ ਹੈ ਕਿ ਜਦ ਦੀ WTO ਦੀ ਰਜੀਮ ਸ਼ੁਰੂ ਹੋਈ ਹੈ ਜੀ, ਭਾਰਤ ਦੀ ਮੰਡੀ ਜਿਹੜੀ ਹੈ ਸਭ ਤੋਂ ਕੰਸੋਲੀਡੇਟਡ ਮੰਡੀ ਹੈ ਦੁਨੀਆ ਦੇ ਵਿੱਚ, ਜਿੱਥੇ ਤੁਸੀਂ ਆਪਣਾ ਮਾਲ ਵੇਚਣਾ ਜੀ। ਆਪਾਂ ਵੀ ਆਪਣੇ ਘਰਾਂ 'ਚ ਜੇ ਵੇਖ ਲਈਏ, ਮਹੀਨੇ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਆਪਾਂ ਬਹੁਤ ਸਾਰੇ ਪ੍ਰੋਡਕਟ ਜਿਹੜੇ ਹੈਗੇ ਆ ਫੋਰਨ ਕੰਪਨੀ ਦੇ ਖਰੀਦਦੇ ਜੀ। ਸੋ ਉਹਨਾਂ ਵਾਸਤੇ ਭਾਰਤ ਦੀ ਮੰਡੀ ਬਹੁਤ ਇੰਪੋਰਟੈਂਟ ਹੈ। ਤੇ ਕਈ ਵਾਰੀ ਜਦੋਂ ਭਾਰਤ ਆਪਣੀ ਜਿਹੜੀ ਹੁਣ ਬੇਸ਼ੱਕ ਜਸਟਿਨ ਟਰੂਡੋ ਤਾਂ ਕਹਿ ਰਹੇ ਨੇ ਵੀ ਸਾਡੀ ਸੋਵਰੇਨਿਟੀ ਖਤਰੇ 'ਚ ਹੈ, WTO ਦੇ ਬਾਅਦ 'ਚ ਸੋਵਰੇਨਿਟੀ ਕਿਸੇ ਦੀ ਬਾਹਲੀ ਰਹੀ ਨਹੀਂ ਹੈ। ਸੋ ਭਾਰਤ ਦੀ ਮੰਡੀ ਦੇ ਉੱਤੇ ਹੁਣ ਕਿਹਨੇ ਹੋਰ ਆਪਣਾ ਇਹਦੇ ਵਿੱਚੋਂ ਐਕਸਟਰੈਕਟ ਕਰਨਾ ਮਾਲ, ਆਪਣਾ ਪੈਸਾ ਸਰਮਾਇਆ ਕੀ ਐਕਸਟਰੈਕਟ ਕਰਨਾ। ਜਿਸ ਤਰ੍ਹਾਂ ਜਸਟਿਨ ਟਰੂਡੋ ਨੂੰ ਹੀ ਦੇਖ ਲਓ, ਉਹਨਾਂ ਦਾ ਜਿਹੜਾ ਦੇਸ਼ ਆ ਜਾਂ ਆਸਟ੍ਰੇਲੀਆ ਹੈ, ਅਸੀਂ ਕਹੀ ਜਾਂਦੇ ਹਾਂ ਪੰਜਾਬ ਸਾਡਾ ਡੁੱਬ ਰਿਹਾ, ਦੀ ਇਕੋਨਮੀ ਡੁੱਬ ਰਹੀ ਹੈ, ਪਰ ਸਟੂਡੈਂਟਸ ਦੇ ਥਰੂ ਕਿੰਨੇ ਅਰਬਾਂ ਖਰਬਾਂ ਰੁਪਈਏ ਜਿਹੜੇ ਹੈਗੇ ਆ ਉਹਨਾਂ ਦੀ ਇਕੋਨਮੀ ਦੇ ਵਿੱਚ ਪੰਪ ਇਨ ਹੋ ਰਹੇ ਆ। ਸੋ ਇਹ ਇੱਕ ਜਿਹੜਾ ਸਾਰੇ ਦਾ ਸਾਰਾ ਸਿਸਟਮ ਹੈ, ਇਹ ਇੰਟਰਲਿੰਕਡ ਹੈ। ਸੋ ਜਦੋਂ ਇਹ ਇਨਸੀਡੈਂਟ ਸਾਹਮਣੇ ਆਉਂਦਾ, ਉਹ ਭਾਰਤ ਦੀ ਸਰਕਾਰ ਨੂੰ ਔਰ ਟਰੂਡੋ ਨੂੰ ਉਧਰ, ਮੈਂ ਤਾਂ ਕਈ ਵਾਰੀ ਇਹ ਵੀ ਲੋਕੀ ਕਹਿੰਦੇ ਸੁਣੇ ਨੇ
ਕਿ ਜਸਟਿਨ ਟਰੂਡੋ ਲਈ ਆਪਣੇ ਦੇਸ਼ ਦੇ ਵਿੱਚ ਜਿਹੜੀ ਹੈਗੀ ਆ ਉਹਨਾਂ ਦੀ ਜਿਹੜੀ ਐਕਸੈਪਟੈਂਸ ਆ ਉਹ ਘਟਦੀ ਜਾ ਰਹੀ ਸੀ ਤੇ ਉਹਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪਬਲਿਕ ਇਨਕੁਆਇਰੀ ਹੋਣੀ ਹੈ ਕਿ ਜਿਹੜੀ ਫੋਰਨ ਇੰਟਰਫੀਅਰੈਂਸ ਜਿਹੜੀ ਉਹ ਕਿਸ ਤਰ੍ਹਾਂ ਰੋਕੀ ਜਾਵੇ। ਚਾਈਨਾ ਦੀ ਪਿਛਲੇ ਦਿਨੀ ਜਿਹੜੀ ਫੈਡਰਲ ਜਿਹੜੀ ਸੀਗੀ ਚੋਣ, ਫੇਅਰ ਸਟੇਟਸ ਦੀ ਚੋਣ, ਮਿਊਨਿਸਪਲ ਚੋਣ, ਉਹਦੇ ਵਿੱਚ ਬੜੀ ਚਾਈਨਾ ਦੀ ਇੰਟਰਫੀਅਰੈਂਸ ਹੈ, ਉਹਨਾਂ ਦੀ ਇਕਨੋਮੀ 'ਚ ਇੰਟਰਫੀਅਰੈਂਸ ਹੈ। ਉਹਦੇ ਬਾਰੇ ਟਰੂਡੋ ਸਰਕਾਰ ਕੋਲੇ ਬੜਾ ਪੁਖਤਾ ਜਵਾਬ ਨਹੀਂ ਹੈਗੇ। ਸੋ ਭਾਰਤ ਦੇ ਖਿਲਾਫ ਬਈ ਭਾਰਤ ਇੱਕ ਆਪਣੇ ਆਪ ਨੂੰ ਕਹਿ ਰਿਹਾ ਅਸੀਂ ਵੱਡੀ ਇਕਨੋਮੀ ਆ, ਵੱਡਾ ਦੇਸ਼ ਆ, ਅਸੀਂ ਨੰਬਰ ਦੇ ਵਿੱਚ ਵੀ ਚਾਈਨਾ ਦੇ ਬਰਾਬਰ ਹੀ ਆ। ਸੋ ਚਾਈਨਾ ਵੀ ਭਾਰਤ ਦੇ ਨਾਲ ਥੋੜੀ ਜਿਹੀ ਆਪਾਂ ਕੈੜੇ ਹੋ ਕੇ ਨਜ਼ਰ ਆਈਏ ਤਾਂ ਕੈਨੇਡੀਅਨਸ ਨੂੰ ਦਿਖਾਇਆ ਜਾ ਸਕੇ ਵੀ ਅਸੀਂ ਇੱਕ ਕੈੜਾ ਰੁਖ ਵੀ ਅਖਤਿਆਰ ਕਰ ਸਕਦੇ ਹਾਂ। ਦੂਸਰੇ ਪਾਸੇ ਭਾਰਤ ਦੇ ਵਿੱਚ ਜਿਹੜਾ ਇੱਕ ਬਹੁਤ ਪਿਛਲੇ ਦਿਨੀ ਤੁਸੀਂ ਦੇਖੋ ਜਿਹੜੀ ਪੋਲਿਟਿਕਸ ਚੱਲਦੀ ਹੈ ਜੀ, ਬੇਸ਼ੱਕ ਸਰਕਾਰ ਓਨ ਕਰੇ ਜਾਂ ਨਾ ਕਰੇ, ਪਰ ਜਿਹੜੀ ਰੂਲਿੰਗ ਪਾਰਟੀ ਦੀਆਂ ਜਿਹੜੀਆਂ ਫਰਿੰਜ ਐਲੀਮੈਂਟਸ ਨੇ ਔਰ ਜਿਹੜੇ ਸਪੋਰਟ ਕਰਨ ਵਾਲੇ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਸਿਰ ਫਿਰੇ ਕਈ ਨਜ਼ਰ ਆਉਂਦੇ ਆ ਜਿਨ੍ਹਾਂ ਦੇ ਮੀਮਸ ਆਉਂਦੇ ਨੇ ਘਰ ਮੇ ਘੁਸ ਕੇ ਮਾਰਾ ਜੀ, ਉਹਨਾਂ ਨੂੰ ਇੱਕ ਬੜੀ ਜਿਹੜੀ ਹੈਗੀ ਆ ਮਟੀਰੀਅਲ ਮਿਲਦਾ। ਦੇਖੋ ਜੀ ਹੁਣ ਤਾਂ ਟਰੂਡੋ ਨੇ ਵੀ ਕਹਿਤਾ ਵੀ ਸਾਡੇ ਘਰ ਆ ਕੇ ਜੀ ਇਹਨਾਂ ਨੇ ਆ ਕੇ ਮਾਰ ਗਏ ਜੀ। ਦੂਸਰੀ ਗੱਲ ਜਿਹੜੀ ਪੋਲਰਾਈਜੇਸ਼ਨ ਦਾ ਕੰਮ ਆਉਂਦਾ ਵਾ, ਚਾਹੇ ਕਿਸਾਨ ਅੰਦੋਲਨ ਹੋਵੇ ਕੋਈ ਵੀ ਹੋਵੇ, ਇਹ ਨਵਾਂ ਹੀ ਟ੍ਰੈਂਡ ਹੈ ਕਿ ਜੀ ਉਹ ਖਾਲਿਸਤਾਨ ਜੋੜਦੇ, ਖਾਲਿਸਤਾਨੀ ਬੋਗੀ ਆ। ਭਾਰਤ ਦੇ ਵਿੱਚ ਜਦੋਂ ਖਾਲਿਸਤਾਨ ਦਾ ਇਸ਼ੂ ਹੀ ਹੈ ਨਹੀਂਗਾ ਔਰ ਖਾਲਿਸਤਾਨ ਦਾ ਅਗਰ ਇਸ਼ੂ ਹੈਗਾ ਉਹ ਸਿਰਫ ਕੈਨੇਡਾ ਦੇ ਵਿੱਚ ਹੈ। ਕੈਨੇਡਾ 'ਚ ਰੈਫਰੈਂਡਮ ਹੁੰਦੇ ਆ, ਕੈਨੇਡਾ ਦੇ ਵਿੱਚ ਪ੍ਰੋਟੈਸਟ ਹੁੰਦੇ ਆ, ਕੈਨੇਡਾ 'ਚ ਝੰਡੇ ਚੁੱਕੇ ਜਾਂਦੇ ਆ, ਸਾਰਾ ਕੈਨੇਡਾ ਦੇ ਵਿੱਚ ਹੀ ਆ। ਜੇ ਆਪਾਂ ਬਿੰਦੂ ਜੀ ਇਹਨੂੰ ਕਹੀਏ ਕਿ ਉਹ ਕੈਨੇਡਾ ਦਾ ਅੰਦਰੂਨੀ ਮਾਮਲਾ ਜੀ, ਇਹਦੇ 'ਚ ਕੋਈ ਅਤਕਥਨੀ ਨਹੀਂ ਹੋਏਗੀ ਜੀ। ਇਹ ਤੇ ਭਾਰਤ ਨੂੰ ਇਹ ਮੰਨ ਲੈਣਾ ਚਾਹੀਦਾ ਕਿ ਇਹ ਕੈਨੇਡਾ ਦਾ ਅੰਦਰੂਨੀ ਮਾਮਲਾ ਤੇ ਕੈਨੇਡਾ ਨੂੰ ਸੌਰਟ ਆਊਟ ਕਰ ਲੈਣਾ ਚਾਹੀਦਾ ਜੀ। ਜਿਸ ਤਰ੍ਹਾਂ ਗੱਲ ਕਰੀਏ, ਅੱਜ ਪੈਂਟਾਗਨ ਦੇ ਆਫੀਸ਼ੀਅਲ ਨੇ ਵੀ ਇੱਕ ਨੇ ਬਿਆਨ ਦਿੱਤਾ ਐਵੇਂ ਦਾ ਕਿ ਜੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਮਰੀਕਾ ਔਰ ਕੈਨੇਡਾ ਦੇ ਵਿੱਚੋਂ ਅਮਰੀਕਾ ਨੂੰ ਕੈਨੇਡਾ ਔਰ ਭਾਰਤ ਦੇ ਵਿੱਚੋਂ ਜੇ ਕੋਈ ਵੀ ਦੋਸਤ ਚੁਣਨਾ ਪੈਂਦਾ ਦੋਨਾਂ ਦੇ ਵਿੱਚ ਤਾਂ ਕਨਫਿਊਜ਼ਨ ਨਹੀਂ ਹੋਏਗੀ। ਡੈਫੀਨੇਟਲੀ ਆਖਿਰਕਾਰ ਜਿਹੜਾ ਹੈ ਉਹ ਅਮਰੀਕਾ ਨੂੰ ਇੰਡੀਆ ਹੀ ਚੁਣਨਾ ਪਏਗਾ ਕਿਉਂਕਿ ਇੰਡੀਆ ਬਹੁਤ ਇੰਪੋਰਟੈਂਟ ਹੈਗਾ ਔਰ ਇੰਪੋਰਟੈਂਟ ਜਿੱਦਾਂ ਤੁਸੀਂ WTO ਵਾਲੀ ਗੱਲ ਕਹੀ ਹੈ, WTO ਵਾਲੀ ਗੱਲ ਨੂੰ ਹੀ ਸ਼ਾਇਦ ਆਧਾਰ ਵੀ ਰੱਖਿਆ ਜਾ ਸਕਦਾ। ਇੰਪੋਰਟੈਂਟ ਹੈਗਾ ਔਰ ਬਹੁਤ ਇੰਪੋਰਟੈਂਟ ਹੈਗਾ। ਆਉਣ ਵਾਲੇ ਦਿਨਾਂ 'ਚ ਫੋਰਨ ਰਿਲੇਸ਼ਨਸ ਨੂੰ ਲੈ ਕੇ ਵੀ ਕਾਫੀ ਇੰਪੋਰਟੈਂਸ ਇਸ 'ਤੇ ਕਹੀ ਗਈ ਹੈ। ਤੁਹਾਨੂੰ ਲੱਗਦਾ ਕਿ ਇਹ ਜਿਹੜੀਆਂ ਬਿਆਨਬਾਜ਼ੀਆਂ ਲਗਾਤਾਰ ਹੋ ਰਹੀਆਂ ਨੇ ਉਹਨਾਂ ਬਿਆਨਬਾਜ਼ੀਆਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਗਲੋਬਲ ਪੋਲਿਟਿਕਸ ਹੈ ਉਹ ਵੀ ਹੁਣ ਰੋਲ ਪਲੇ ਕਰੇਗੀ? ਕਈ ਬ੍ਰਾਂਡ ਦੇ ਹੁਣ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸਟੇਟਮੈਂਟਸ ਆਉਣਗੀਆਂ ਜੀ। ਜਿਹੜਾ ਪੈਂਟਾਗਨ ਦਾ ਪੈਂਟਾਗਨ ਇਹਦੇ 'ਚ ਬੜੀ ਉਹਦਾ ਡਿਫੈਂਸ ਵਾਲੀ ਗੱਲ ਆਉਂਦੀ ਹੈ ਔਰ ਨਾ ਤਾਂ ਭਾਰਤ ਦਾ ਕੈਨੇਡਾ ਦੇ ਨਾਲ ਬਾਰਡਰ ਸਾਂਝਾ ਜੀ, ਨਾ ਸਾਡਾ ਕੋਈ ਲੈਂਡ ਡਿਸਪਿਊਟ ਆ, ਨਾ ਪਾਣੀ ਦਾ ਡਿਸਪਿਊਟ ਆ ਜਿਵੇਂ ਪਾਕਿਸਤਾਨ ਦੇ ਨਾਲ ਟੈਰੀਟੋਰੀਅਲ ਡਿਸਪਿਊਟ ਆ, ਵਾਟਰ ਡਿਸਪਿਊਟ ਆ, ਹੋਰ ਕਈ ਡਿਸਪਿਊਟਸ ਨੇ। ਸਾਡਾ ਨੇਪਾਲ ਨਾਲ ਵੀ ਡਿਸਪਿਊਟ ਆ, ਸਾਡਾ ਬੰਗਲਾਦੇਸ਼ ਨਾਲ, ਬਰਮਾ ਦੇ ਨਾਲ ਡਿਸਪਿਊਟ, ਈਵਨ ਚਾਈਨਾ ਦੇ ਨਾਲ ਡਿਸਪਿਊਟ। ਕੈਨੇਡਾ ਦੇ ਨਾਲ ਤਾਂ ਹੈ ਨਹੀਂ ਸੀ। ਕੈਨੇਡਾ ਤਾਂ ਸਾਡਾ ਕਿਸੇ ਟਾਈਮ ਤੇ ਬਹੁਤ ਤਕੜਾ ਅਲਾਈ ਸੀ। ਫਿਰ ਉੱਥੇ ਜਾ ਕੇ ਜੀ ਇਹ ਕਿਉਂ ਬਣਾਉਣਾ ਪੈ ਗਿਆ, ਵਾਕਈ ਹੈਰਾਨੀ ਦੀ ਗੱਲ ਆ। ਸੋ ਦੂਸਰੀ ਗੱਲ ਜਿਹੜੀ ਤੁਸੀਂ ਇਹ ਗੱਲ ਕੀਤੀ ਨਾ ਪੈਂਟਾਗਨ ਦੀ, ਪੈਂਟਾਗਨ ਵਾਲੇ ਇਹ ਵੀ ਦੱਸਣ ਜਿਹੜੀਆਂ ਹੁਣ ਅੱਜ ਕੱਲ੍ਹ ਮੈਂ ਪਹਿਲਾਂ ਇੱਕ ਆਪਣੇ ਜਿਹੜੇ ਦਰਸ਼ਕ ਨੇ ਇਹਨਾਂ ਨੂੰ ਇਹ ਗੱਲ ਸਾਫ਼ ਕਰ ਦੇਣੀ ਚਾਹੁੰਦਾ। ਮੈਂ ਜ਼ਾਤੀ ਤੌਰ ਤੇ ਕਿਸੇ ਵੀ ਹੱਤਿਆ ਦੇ ਖਿਲਾਫ ਹਾਂ ਜੀ। ਇੱਕ ਇਨਸਾਨ ਨੂੰ ਦੂਜੇ ਇਨਸਾਨ ਨੂੰ ਮਾਰਨ ਦਾ ਕੋਈ ਹੱਕ ਨਹੀਂ ਜਦੋਂ ਅਸੀਂ ਜਮਹੂਰੀਅਤ ਦੀ ਗੱਲ ਕਰਦੇ। ਬਿਲਕੁਲ, ਜਮਹੂਰੀਅਤ ਦੇ ਵਿੱਚ ਅਗਰ ਤੁਹਾਡੀ ਆਈਡੀਓਲੋਜੀ ਨਹੀਂ ਰਲਦੀ, ਤੁਸੀਂ ਆਈਡੀਓਲੋਜੀ ਦਾ ਟਕਰਾਰ ਆਈਡੀਓਲੋਜੀ ਨਾਲ ਕਰੋ, ਵਿਚਾਰ ਦਾ ਟਕਰਾਰ ਵਿਚਾਰ ਨਾਲ ਕਰੋ। ਇਹ ਮਤਲਬ ਨਹੀਂ ਹੈ ਸਾਨੂੰ ਵਿਚਾਰ ਪਸੰਦ ਨਹੀਂ ਅਸੀਂ ਬੰਦਾ ਮਾਰ ਲਈਏ, ਫਿਰ ਉਹ ਜੋ ਬੰਦਾ ਮਾਰ ਦਿੰਦੇ ਆ ਫਿਰ ਵੀ ਉਹਨੂੰ ਸਰਕਾਰ ਫੜ ਲੈਂਦੀ ਹੈ, ਉਹ ਕਹਿੰਦੇ ਫਾਂਸੀ ਲਾ ਦਿੰਦੇ ਆ, ਉਹ ਕਹਿੰਦੇ ਜੀ ਫਿਰ ਅਸੀਂ ਗਰੁੱਪ ਬਣਾ ਦਿੰਦੇ ਆ, ਅਸੀਂ ਇਹਦੇ ਖਿਲਾਫ ਪੂਰਾ ਬਗਾਵਤ ਸ਼ੁਰੂ ਕਰ ਲੈਂਦੇ ਆ, ਫਿਰ ਉਹ ਚੇਨ ਰਿਐਕਸ਼ਨ ਹੈ ਜੀ। ਸੋ ਮੈਂ ਕਿਲਿੰਗ ਦੇ ਖਿਲਾਫ ਅੰਡਰ ਐਨੀ ਸਰਕਮਸਟੈਂਸਿਸ ਉਹਦੀ ਵਿਰੋਧ ਕਰਦਾ, ਪਰ ਇਹ ਅਮਰੀਕਾ ਜੀ, ਇੰਗਲੈਂਡ ਜੀ, ਰਸ਼ੀਆ ਜੀ, ਚਾਈਨਾ, ਪਾਕਿਸਤਾਨ, ਹੁਣ ਹਿੰਦੁਸਤਾਨ ਵੀ, ਹੋਰ ਵੀ ਇਜ਼ਰਾਈਲ, ਇਹ ਦੱਸਣ ਤਾਂ ਸਹੀ ਇਹਨਾਂ ਨੇ ਕਿਹੜੇ ਕਿਹੜੇ ਦੇਸ਼ ਜਾ ਕੇ ਬੰਦੇ ਨਹੀਂ ਮਾਰੇ। ਔਰ ਹੁਣ ਅੱਜ ਜਿਸ ਨੂੰ ਆਪਾਂ ਕਹੇ ਬੁੱਧੀ ਕਹੇ ਮੁਝਕੋ ਕਾਫਿਰ ਤਾਂ ਅੱਲਾਹ ਕੀ ਮਰਜ਼ੀ ਹੈ, ਤਾਂ ਉਹ ਗੱਲ ਇਹ ਹੈ ਬਈ ਇੱਕ ਜਿਹੜਾ ਆਪ ਜਿਨ੍ਹਾਂ ਲਈ CIA ਦੇ ਏਜੰਟਸ ਨੇ ਹੈਡਸ ਆਫ ਸਟੇਟ ਮਾਰੇ ਹੋਣ ਔਰ ਉਹ ਹੁਣ ਆ ਕੇ ਲੋਕਾਂ ਨੂੰ ਇਸ ਗੱਲ ਦੇ ਉੱਤੇ ਪ੍ਰਚਾਰ ਕਰਨ ਵੀ ਦੂਸਰੇ ਦੇਸ਼ 'ਚ ਮਾਰਨਾ ਨਹੀਂ ਚਾਹੀਦਾ, ਇਹ ਹਾਸੋਹੀਣੀ ਗੱਲ ਅਮਰੀਕਾ ਵਾਸਤੇ ਲੱਗਦੀ ਹੈ। ਅਮਰੀਕਾ ਨੂੰ ਜੇ ਹਿੰਦੁਸਤਾਨ ਗਲਤ ਹੈ ਉਸ ਤੋਂ ਵੱਡਾ ਹੀ ਗਲਤੀ ਉਹਨਾਂ ਦੀ ਹੈ
ਤੇ ਵੀ ਸਾਰੇ ਗਲਤ ਨੇ। ਔਰ ਬਿਲਕੁਲ UNO ਦੇ ਲੈਵਲ ਦੇ ਉੱਤੇ ਬੈਠ ਕੇ ਜਾਂ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਬੈਠ ਕੇ ਇਹਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ। ਬਿਲਕੁਲ ਇਹ ਬਹੁਤ ਇੰਪੋਰਟੈਂਟ ਹੈ। ਪਰ ਜਿਹੜੇ ਤੁਸੀਂ ਇਹ ਗੱਲ ਕਰਦੇ ਹੋ ਵੀ ਜਿਹੜੇ ਇਹੋ ਜਿਹੇ ਬਿਆਨ ਨੇ, ਹੁਣ ਉਹ ਕਿਸੇ ਪਾਸੇ ਕੋਈ ਅੱਜ ਮੈਂ ਇੱਕ ਹੋਰ ਬਿਆਨ ਦੇਖ ਰਿਹਾ ਸੀ ਕਿ ਜੀ ਇੱਕ ਸੋਸ਼ਲ ਮੀਡੀਆ ਤੇ ਚੱਲ ਰਿਹਾ ਸੀ ਕਿ ਜੇ ਕਿਸੇ ਭਾਰਤੀ ਏਜੰਟ ਨੇ ਕਿਸੇ ਸਿੱਖ ਨੂੰ ਅਮਰੀਕਾ 'ਚ ਹੱਥ ਲਾਇਆ ਤਾਂ ਅੰਜਾਮ ਜਿਹੜੇ ਹੋਣਗੇ ਬੜੇ, ਨਤੀਜੇ ਜਿਹੜੇ ਹੋਣਗੇ ਬੜੇ ਹੀ ਖਤਰਨਾਕ ਹੋ ਸਕਦੇ ਆ। ਸੋ ਕੌਣ ਕੀ ਬੋਲੇਗਾ ਹੁਣ ਇਹਦੇ ਵਿੱਚ ਗੰਦਲ ਜਿਹੜਾ, ਜਦੋਂ ਮਰਕੀ ਪੋਲੀਟਿਕਸ ਇਹਨੂੰ ਮੈਂ ਕਹਿੰਦਾ ਹੁੰਦਾ, ਮਰਕੀ ਪੋਲੀਟਿਕਸ ਦੇ ਵਿੱਚ ਬਹੁਤ ਸਾਰੇ ਆਪਣਾ ਰੋਲ ਅਦਾ ਕਰਨਗੇ। ਔਰ ਫਿਰ ਮੈਨੂੰ ਤਾਂ ਹੀ ਇਸੇ ਲਈ ਗੱਲ ਕਰਦੇ ਕਿ 2024 ਦੇ ਵਿੱਚ ਭਾਰਤ ਦੀ ਇਲੈਕਸ਼ਨ ਤੇ ਮੇਰੇ ਹਿਸਾਬ ਨਾਲ 2025 ਚ ਟਰੂਡੋ ਦੀ ਇਲੈਕਸ਼ਨ ਹੈ। ਸੋ ਮੇਰੇ ਹਿਸਾਬ ਦੇ ਨਾਲ ਜ਼ਿਆਦਾ ਜਿਹੜਾ ਇਹ ਰੌਲਾ ਗੋਲਾ ਹੈਗਾ ਇਹ ਉਹਦਾ ਹੈਗਾ, ਕਿਉਂਕਿ ਤੁਸੀਂ ਇਹ ਦੇਖੋ ਨਿੱਜਰ ਦੇ ਕਤਲ ਦੀ ਤਾਂ ਬਹੁਤ ਰੌਲਾ ਪਿਆ, ਜਿਹੜਾ ਹਰਦੀਪ ਨਿੱਜਰ ਦਾ ਕਤਲ ਹੋਇਆ ਸਾਰੇ ਪਾਸੇ ਰੌਲਾ ਪਿਆ। ਉਸੇ ਤਰ੍ਹਾਂ ਉਸ ਤੋਂ ਪਹਿਲਾਂ ਰਿਪੂਦਮਨ ਮਲਿਕ ਦਾ ਕਤਲ ਪਿਆ, ਉਦੋਂ ਕੋਈ ਬੋਲਦਾ ਹੀ ਨਹੀਂ ਜੀ। ਉਹ ਵੀ ਤਾਂ ਇੱਕ ਲੈਵਲ ਤੇ ਖਾਲਿਸਤਾਨੀ ਸੀਗਾ ਜੀ ਕਿਸੇ ਟਾਈਮ, ਔਰ ਉਹਦੀ ਇਨਵੋਲਵਮੈਂਟ ਜਿਵੇਂ ਹਰਦੀਪ ਨਿੱਜਰ ਦੀ ਗੱਲ ਕਰਦੇ ਆ ਕਿ ਭਾਰਤ ਦੇ ਵਿੱਚ ਜਿਹੜੀ ਕੁਝ ਜਿਹੜੀ ਭਾਰਤ ਦੀ ਸਰਕਾਰ ਆ ਉਹਨਾਂ ਦਾ ਇਲਜ਼ਾਮ ਹੈ ਕਿ ਅਸੀਂ ਵੀ ਉਹਨੂੰ ਹੀ ਇਜ਼ ਵਾਂਟਡ ਇਨ ਕ੍ਰਿਮੀਨਲ ਐਕਟੀਵਿਟੀਜ਼, ਉਹ ਐਕਵਿਟ ਹੋਇਆ ਵੀ ਉਹਨੂੰ ਸਬੂਤ ਨਹੀਂ ਮਿਲਿਆ, ਕਨਿਸ਼ਕਾ ਬੰਬਿੰਗ ਸੀਗਾ। ਸੋ ਉਹਦੇ ਬਾਰੇ ਕੋਈ ਨਹੀਂ ਬੋਲ ਰਿਹਾ। ਹੁਣ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਨਾ ਜੀ ਬਿੰਦੂ ਜੀ, ਜਿਹੜੀ ਦੇਖਣ ਵਾਲੀ ਗੱਲ ਆ ਉਹ ਹੈਗੀ ਸਟੇਟਮੈਂਟ ਜਸਟਿਨ ਟਰੂਡੋ ਦੀ ਜਿਹੜੀ ਪਾਰਲੀਮੈਂਟ ਦੇ ਵਿੱਚ ਜਿਹੜੀ ਬਹੁਤ ਹੀ ਹਾਸੋਹੀਣੀ ਹੈ। ਔਰ ਫਿਰ ਇਹਦੇ ਵਿੱਚ ਆਪਣੇ ਦਰਸ਼ਕ ਕਹਿਣਗੇ ਮੈਨੂੰ ਉਹਦੇ ਵਿੱਚ ਇਹ ਵੀ ਜੇ ਜਸਟਿਨ ਟਰੂਡੋ ਦੀ ਮੈਂ ਮੁਜ਼ੰਮਤ ਕਰਦਾ, ਮੈਂ ਮੋਦੀ ਦੀ ਕੋਈ ਤਾਰੀਫ ਨਹੀਂ ਕਰਦਾ, ਕਿਉਂਕਿ ਮੋਦੀ ਦਾ ਜਾਂ ਜਿਹੜੀ ਮੋਦੀ ਸਰਕਾਰ ਦਾ ਰੋਲ ਇਸ ਤੋਂ ਬਾਅਦ ਹੈ। ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਆਪਣੀ ਪਾਰਲੀਮੈਂਟ 'ਚ ਕਿਹਾ ਕਿ ਜੀ ਸਾਡੀਆਂ ਜਿਹੜੀਆਂ ਦੀ ਸਿਕਿਉਰਿਟੀ ਏਜੰਸੀਜ਼ ਆਰ ਪਰਸੂਇੰਗ ਕ੍ਰੈਡੀਬਲ ਐਲੀਗੇਸ਼ਨਸ। ਇਹਦਾ ਮਤਲਬ ਜਿਹੜੀਆਂ ਸਾਡੀਆਂ ਜਿਹੜੀਆਂ ਸਿਕਿਉਰਿਟੀ ਫੋਰਸਿਸ ਨੇ ਜਾਂ ਸਾਡੇ ਤੰਤਰ ਆ ਜਿਹੜਾ ਉਹ ਪੁਖਤਾ ਇਲਜ਼ਾਮਾਂ ਦੀ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਉਹਨਾਂ ਦੀ ਉਹ ਕਰ ਰਹੇ ਤੇ ਉਹ ਕ੍ਰੈਡੀਬਲ ਐਲੀਗੇਸ਼ਨਸ। ਹਾਂਜੀ ਉਹ ਹੈਗਾ ਐਲੀਗੇਸ਼ਨ। ਤੇ ਜਿਹੜੀ ਉਹਨਾਂ ਦੀ ਫੋਰਨ ਮਿਨਿਸਟਰ ਹੈ ਮੈਲਨੀ ਜੋਲੀ ਹੈ ਸ਼ਾਇਦ ਉਹਦਾ ਨਾਮ, ਉਸੇ ਦਿਨ ਉਹ ਕਹਿੰਦੀ ਹੈ ਦੀ ਐਲੀਗੇਸ਼ਨਸ ਇਫ ਪ੍ਰੂਵਨ ਟਰੂ ਆਰ ਏ ਗ੍ਰੇਵ ਥ੍ਰੈਟ ਟੂ ਦੀ ਜਿਹੜੀ ਹੈਗੀ ਹੈ ਸੋਵਰੇਨਿਟੀ ਆਫ ਇਫ ਪ੍ਰੂਵਨ ਰੋਂਗ। ਤੁਸੀਂ ਹਾਲੇ ਯੂ ਹੈਵ ਨਾਟ ਬੀਨ ਏਬਲ ਟੂ ਪ੍ਰੂਵ ਟਰੂ, ਤੁਸੀਂ ਹਾਲੇ ਉਹਦੇ ਤੇ ਉਹ ਤੁਹਾਡੇ ਜਿਹੜੇ ਐਲੀਗੇਸ਼ਨਸ ਨੇ, ਤੁਹਾਡੇ ਇਲਜ਼ਾਮ ਨੇ ਉਹ ਸੱਚ ਨਹੀਂ ਹੋਏ। ਜਦੋਂ ਤੁਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਗੱਲ ਕਰਦੇ ਹੋ, ਜਦੋਂ ਜਿਵੇਂ ਉਹ ਕਹਿੰਦੇ ਜੀ ਅੱਖ 'ਚ ਅੱਖ ਪਾ ਕੇ ਮੋਦੀ ਨਾਲ ਗੱਲ ਕੀਤੀ, ਤਾਂ ਤੁਹਾਨੂੰ ਸਬੂਤ ਰੱਖਣੇ ਚਾਹੀਦੇ ਸੀ। ਐਲੀਗੇਸ਼ਨ ਔਰ ਐਵੀਡੈਂਸਸ 'ਚ ਫਰਕ ਹੈ। ਹਾਂਜੀ ਐਵੀਡੈਂਸ, ਜਿਹੜਾ ਐਵੀਡੈਂਸ ਹੋਣਾ ਚਾਹੀਦਾ ਸੀ ਨਾ ਪੂਰੇ ਦਾ ਪੂਰਾ। ਹੁਣ ਬੇਸ਼ੱਕ ਹਿੰਦੁਸਤਾਨ ਦੀ ਸਰਕਾਰ ਦੀ ਆਪਾਂ ਬਹੁਤ ਸਾਰੀ ਮੁਜ਼ੰਮਤ ਕਰ ਸਕਦੇ ਹਾਂ, ਕਈ ਬਹੁਤ ਖਾਮੀਆਂ ਨੇ, ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਸ਼ਾਇਦ ਉਨੀਆਂ ਨਾ ਪਤਾ ਹੁਣ ਜਿੰਨੀਆਂ ਸਾਨੂੰ ਜ਼ਿਆਦਾ ਪਤਾ। ਪਰ ਇੱਕ ਗੱਲ ਆ, ਜਦੋਂ ਵੀ ਇਹੋ ਜਿਹੇ ਵਾਂਟਡ ਲੋਕਾਂ ਦੀ ਗੱਲ ਕੀਤੀ ਆ, ਚਾਹੇ ਪਾਕਿਸਤਾਨ ਦੇ ਸਾਹਮਣੇ ਰੱਖੇ ਆ, ਚਾਹੇ UNO 'ਚ ਰੱਖੇ ਆ, ਲੋਕਾਂ ਦੇ ਸਾਹਮਣੇ ਇੱਕ ਡੋਸੀਅਰ ਬਣਾ ਕੇ ਦਿੱਤਾ ਜਾਂਦਾ ਸੀ, ਚਾਹੇ ਹਾਫਿਜ਼ ਸਈਦ ਚਾਹੀਦਾ ਸੀ, ਚਾਹੇ ਦਾਊਦ ਇਬਰਾਹਿਮ ਚਾਹੀਦਾ ਸੀ, ਚਾਹੇ ਹੋਰ ਜਿਹੜੇ ਵਧਾਵਾ ਸਿੰਘ ਬੱਬਰ ਚਾਹੀਦਾ ਸੀ, ਪਰਮਜੀਤ ਸਿੰਘ ਪੰਜਵੜ, ਉਹ ਲਿਖ ਕੇ ਦਿੰਦੇ ਸੀ, ਡੋਸੀਅਰ ਬਣਾ ਕੇ ਦਿੰਦੇ ਸੀ, ਡਾਕੂਮੈਂਟ ਦਿੰਦੇ ਸੀ। ਕਿ ਜਸਟਿਨ ਟਰੂਡੋ ਨੇ ਇਹੋ ਜਿਹਾ ਡਾਕੂਮੈਂਟ ਨਰਿੰਦਰ ਮੋਦੀ ਨੂੰ ਦਿੱਤਾ ਵੀ ਆਹ ਤੁਹਾਡੇ ਬੰਦੇ ਨੇ, ਆਹ ਬੈਠੇ ਆ ਜੀ, ਆਹ ਕਾਰ ਆ, ਆਹ ਕਲਾਕਾਰ ਯੂਜ਼ ਹੋਈ, ਆਹ ਟੈਲੀਫੋਨ ਨੰਬਰ ਯੂਜ਼ ਹੋਏ, ਆਹ ਰੈਜ਼ੀਡੈਂਸਿਸ ਯੂਜ਼ ਹੋਏ, ਆਹ ਹਥਿਆਰ ਯੂਜ਼ ਹੋਏ, ਇਹ ਦੇਣੇ ਚਾਹੀਦੇ ਸੀ। ਔਰ ਅੱਜ ਤੁਸੀਂ ਇਹ ਦੇਖੋ ਆਲਮੋਸਟ ਇੰਨੇ ਦਿਨ ਹੋ ਗਏ ਆ, ਹਾਲੇ ਤੱਕ ਉਹ ਐਵੀਡੈਂਸ, ਉਹ ਸਬੂਤ ਸਾਹਮਣੇ ਨਹੀਂ ਆਇਆ। ਔਰ ਇਹ ਕਹੀ ਜਾਂਦੇ ਜੀ ਕ੍ਰੈਡੀਬਲ। ਫਿਰ ਜਦੋਂ ਲੋਕਾਂ ਦੇ ਵਿੱਚ ਇਹ ਆਇਆ ਨਾ ਵੀ ਐਲੀਗੇਸ਼ਨਸ ਨੇ, ਫਿਰ ਆਇਆ ਜੀ ਨਹੀਂ ਜੀ ਇੰਟੈਲੀਜੈਂਸ ਹੈ, ਔਰ 5 ਆਈਜ਼ ਦੀ ਗੱਲ ਕਰਦੇ। ਉਹਦੇ ਵਿੱਚ 5 ਆਈਜ਼ ਹੈਗੇ। 5 ਆਈ ਜਿਹੜੀ ਇੰਗਲਿਸ਼ ਐਲਫਾਬੈਟ ਆਈ ਆ, ਉਹਦਾ ਮਤਲਬ ਇੰਟੈਲੀਜੈਂਸ। UK, ਕੈਨੇਡਾ, UK, ਆਸਟ੍ਰੇਲੀਆ ਤੇ ਨਿਊਜ਼ੀਲੈਂਡ, ਇਹ ਆਪਣੀ ਇੰਟੈਲੀਜੈਂਸ ਸ਼ੇਅਰ ਕਰਦੇ, ਇਹਨਾਂ ਦੀ ਇੰਟੈਲੀਜੈਂਸ ਖੁਫੀਆ ਏਜੰਸੀਆਂ ਇਹਨਾਂ ਦੀਆਂ ਸ਼ੇਅਰ ਕਰਦੀਆਂ। ਸਦਾਮ ਹੁਸੈਨ ਵੇਲੇ ਇਹੀ ਏਜੰਸੀਆਂ ਨੇ ਕਿਹਾ ਸੀ ਕਿ ਜੀ ਇਰਾਕ ਦੇ ਵਿੱਚ ਵੈਪਨਸ ਆਫ ਮਾਸ ਡਿਸਟਰਕਸ਼ਨ, ਉਹਨਾਂ ਨੇ ਜੀ ਮਾਰ ਬੰਬ ਸਾਰਾ ਦੇਸ਼ ਦਾ ਸ਼ੋਰਾ ਕੱਢਤਾ, ਦੇਸ਼ ਢਾਹ ਕੇ ਬੁਰਾ ਹਾਲ ਕਰਤਾ, ਲੱਖਾਂ ਲੋਕੀ ਮਰ ਗਏ, ਬੇਘਰ ਹੋ ਗਏ। ਸਦਾਮ ਹੁਸੈਨ ਨੂੰ ਮਾਰਤਾ, ਉਹਨਾਂ ਦਾ ਤੇਲ ਲੁੱਟਿਆ ਇਹਨਾਂ ਨੇ ਦੱਬ ਕੇ ਜੀ, ਤੇ ਵੈਪਨਸ ਆਫ ਮਾਸ ਡਿਸਟਰਕਸ਼ਨ ਦਾ ਨਿਕਲਿਆ ਨਹੀਂ। ਤੇ ਉਹ ਇੰਟੈਲੀਜੈਂਸ ਫਿਰ ਉਹਦੀ ਹੁਣ ਜਵਾਬਦੇਹੀ ਕੌਣ ਕਰੂਗਾ ਜੀ? ਹੁਣ ਇਹੋ ਜਿਹੀ ਤਾਂ ਇਹ ਇੰਟੈਲੀਜੈਂਸ ਕਰਦੇ ਆ। ਹੁਣ ਗੱਲ ਇਹ ਆ, ਚਾਹੇ ਕੋਰਟ ਆਫ ਲਾਅ ਹੈਗਾ। ਹੁਣ ਇੱਕ ਜਿਹੜੀ ਹੋਰ ਇੰਪੋਰਟੈਂਟ ਗੱਲ,
ਅਸੀਂ ਕਹਿੰਦੇ ਆ ਜਦੋਂ ਇਨਵੈਸਟੀਗੇਸ਼ਨ ਆਮ ਅਸੀਂ ਗੱਲ ਕਰਦੇ ਆ ਈਵਨ ਜਿਹੜੀਆਂ ਕੋਰਟਸ ਨੇ ਆਮ ਅਦਾਲਤਾਂ ਨੇ ਉਹ ਕਹਿੰਦੀ ਹੈ ਜਿਹੜੀ ਇਨਵੈਸਟੀਗੇਸ਼ਨ ਉਹ ਪ੍ਰੈਜੂਡਿਸ ਨਹੀਂ ਹੋਣੀ ਚਾਹੀਦੀ। ਹੁਣ ਥੱਲੇ ਇੱਕ ਸਿਪਾਹੀ ਲੈਵਲ ਦਾ ਬੰਦਾ ਜਾਂ ਇੱਕ ਆਪਾਂ ਇਹ ਕਹਿ ਲਈਏ ਜੀ ਸਬ ਇੰਸਪੈਕਟਰ ਜਾਂ ਇੰਸਪੈਕਟਰ ਲੈਵਲ ਦਾ ਇਹ ਬੰਦਾ ਕੋਈ ਤਫਤੀਸ਼ ਕਰ ਰਿਹਾ ਤੇ ਦੇਸ਼ ਦਾ ਪ੍ਰਧਾਨ ਮੰਤਰੀ ਕਹੇ ਨਹੀਂ ਜੀ ਇਹ ਤਾਂ ਭਾਰਤੀਆਂ ਨੇ ਮਾਰਤਾ ਜੀ। ਹੁਣ ਉਹਦੀ ਔਕਾਤ ਹੈ ਕਿ ਉਹ ਆਪਣੇ ਪ੍ਰਧਾਨ ਮੰਤਰੀ ਦੇ ਖਿਲਾਫ ਕੋਈ ਜੇ ਉਹਦੇ ਕੋਲੇ ਇਹ ਨਿਕਲਦਾ ਵਾ ਜੇ ਕਿਸੇ ਹੋਰ ਨੇ ਮਾਰਤਾ ਕੋਈ ਮੈਂ ਨਹੀਂ ਕਹਿੰਦਾ ਵੀ ਮੇਰੇ ਕੋਲੇ ਇਨਫੋਰਮੇਸ਼ਨ ਹੈ ਉਹ ਤਫਤੀਸ਼ ਜੈਨੂਇਨਲੀ ਵੀ ਹੋ ਸਕਦੀ ਪਰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਲਰੇਡੀ ਕਹਿਤਾ ਕੀ ਤੁਸੀਂ ਉਹ ਕੋਰਟ 'ਚ ਹੋਲਡ ਕਰੂ ਇਹ ਤਾਂ ਵਕੀਲ ਜਿਹੜੇ ਸਾਡੇ ਲੀਗਲ ਮਾਹਰ ਨੇ ਉਹ ਦੱਸ ਦੇਣਗੇ ਜੀ ਜੀ। ਸੋ ਇੰਨੇ ਪਹਿਲੂ ਖੋਲ ਕੇ ਰੱਖਤੇ ਜਸਟਿਨ ਟਰੂਡੋ ਨੇ ਆਪਣੀ ਇਹਦੇ ਵਿੱਚ ਤੇ ਜਸਟ ਇਸ ਲਈ ਲੱਗਦਾ ਇਹੀ ਹੈ ਕਿ ਆਪਣੇ ਦੇਸ਼ ਦੀ ਜਿਹੜੀ ਉਹਨਾਂ ਦੀ ਅੰਦਰੂਨੀ ਪੋਲਿਟਿਕਸ ਹੈ ਉਹਦਾ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਰਿਹਾ ਸੀ ਜੀ। ਗੱਲਾਂ ਆ ਰਹੀਆਂ ਨੇ ਕਿ ਮਾਈਨੋਰਿਟੀ ਚ ਇਸ ਟਾਈਮ ਟਰੂਡੋ ਇੱਕ ਗੱਲ ਆ ਰਹੀ ਹੈ ਦੂਸਰੀ ਗੱਲ ਇਹ ਆ ਰਹੀ ਹੈ ਜੇ ਇੱਧਰ ਬੈਠ ਕੇ ਗੱਲ ਕਰੀਏ ਤਾਂ ਬਾਰ-ਬਾਰ ਇਹ ਸਵਾਲ ਜਿਹੜੇ ਨੇ ਵੱਖ-ਵੱਖ ਤਰੀਕਿਆਂ ਨਾਲ ਆ ਰਹੇ ਹੈ ਕਿ ਜੇ ਕੋਈ ਕਿਸੇ ਤਰੀਕੇ ਦੀ ਇਨਵੈਸਟੀਗੇਸ਼ਨ ਹੋਈ ਵੀ ਹੈ ਜਿਹੜੇ ਥੋੜੇ ਉਧਰ ਇਨਕਲਾਈਨ ਮਾਈਂਡਡ ਨੇ ਉਹ ਕਹਿੰਦੇ ਕਿ ਜੇ ਕਿਸੇ ਵੀ ਤਰੀਕੇ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਜਾਂ ਫਿਰ ਉਹ ਕਤਲ ਹੋਇਆ ਵੀ ਹੈ ਤਾਂ ਕੋਰਟ 'ਚ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ ਕੋਰਟ 'ਚ ਆਉਣ ਦਿੱਤਾ ਜਾਵੇ ਉਹਦੇ 'ਚ ਕਿਹੜੀ ਪ੍ਰੋਬਲਮ ਹੈ ਕਿਉਂਕਿ ਹਰ ਇੱਕ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕੋਰਟ 'ਚ ਆਉਣਾ ਚਾਹੀਦਾ ਹੈ ਔਰ ਕੇਸ ਚੱਲਣਾ ਚਾਹੀਦਾ ਤਾਂ ਕਿ ਪਤਾ ਲੱਗ ਸਕੇ ਤੇ ਲॉ ਕਿਸ ਲਈ ਹੈਗਾ ਇੱਕ ਗੱਲ ਔਰ ਉਹਦੇ ਬਾਅਦ ਜੇ ਦੂਸਰੇ ਪਾਸੇ ਪੋਲੀਟੀਕਲ ਸਾਈਡ ਤੇ ਚਲੇ ਜਾਈਏ ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਸੀਐਮ ਰਹਿ ਚੁੱਕੇ ਸਾਡੇ ਪਹਿਲੇ ਸਾਬਕਾ ਸੀਐਮ ਹੋ ਗਏ ਨੇ ਹੁਣ ਉਹ ਕਹਿੰਦੇ ਜੀ ਸਾਰਾ ਦਾ ਸਾਰਾ ਜਿਹੜਾ ਜਸਟਿਨ ਟਰੂਡੋ ਐਵੇਂ ਗੱਲਾਂ ਕਰ ਰਹੇ ਨੇ ਉਹਨਾਂ ਦਾ ਟਵਿੱਟਰ ਤੇ ਉਹਨਾਂ ਨੇ ਆਪਣੇ ਲਿਖਿਆ ਹੈ ਕਿ ਬਿਲਕੁਲ ਐਵੇਂ ਗੱਲਾਂ ਕਰ ਰਹੇ ਨੇ ਕਿਉਂਕਿ ਨਾ ਕਰਦੇ ਮੈਂ ਦਿੱਤਾ ਸੀ ਉਸ ਟਾਈਮ ਜਦੋਂ ਮੇਰੀ ਸਰਕਾਰ ਸੀਗੀ ਬਹੁਤ ਸਾਰੇ ਨਾਮ ਦਿੱਤੇ ਸੀ ਪੂਰੀ ਲਿਸਟ ਦਿੱਤੀ ਗਈ ਸੀਗੀ। ਚਲੋ ਕੈਪਟਨ ਅਮਰਿੰਦਰ ਸਿੰਘ ਦਾ ਪਤਾ ਨਹੀਂ ਉਹਨਾਂ ਨੇ ਕੀ ਕਿਹਾ ਸੀਗਾ ਪਰ ਬਿਲਕੁਲ ਇਹ ਉਦੋਂ ਕਾਫੀ ਐਕਟਿਵ ਸੀ ਉਦੋਂ ਭਾਰਤ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਵਾਂਟਡ ਦੀ ਲਿਸਟ ਜਾਂਦੀ ਸੀ ਤੇ ਉਦੋਂ ਜਿਹੜੀ ਸੀ ਕੈਨੇਡਾ ਵੱਲੋਂ ਕਹਿੰਦੇ ਸੀ ਕਿ ਤੁਹਾਡੀ ਇਨਫੋਰਮੇਸ਼ਨ ਕੰਪਲੀਟ ਨਹੀਂ ਹੈ ਪਿਨ ਪੁਆਇੰਟਡ ਨਹੀਂ ਹੈ ਐਕੂਰੇਟ ਨਹੀਂ ਹੈ। ਹੁਣ ਕੀ ਐਕੂਰੇਟ ਹੋਊਗੀ ਜੀ ਇੱਕ ਪਾਸੇ ਤਾਂ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਮੈਂ ਕੋਈ ਕ੍ਰਾਈਮ ਕਰਕੇ ਭੱਜਿਆ ਜੀ ਇੱਥੋਂ ਤੇ ਮੈਂ ਕੈਨੇਡਾ 'ਚ ਵੜ ਜਾਣਾ ਜੀ ਠੀਕ ਹੈ ਜੀ ਚਾਹੇ ਮੈਂ ਇੱਕ ਫੇਕ ਪਾਸਪੋਰਟ ਬਣਾਇਆ ਜਾਂ ਕੁਝ ਬਣਿਆ ਉੱਥੇ ਚਲਾ ਗਿਆ ਮੈਂ ਕੈਨੇਡਾ ਨੂੰ ਕਹਿੰਦਾ ਜੀ ਬਈ ਇੱਥੋਂ ਦੀ ਸਰਕਾਰ ਕਹਿੰਦੀ ਹੈ ਕੈਨੇਡਾ ਨੂੰ ਵੀ ਆਹ ਜਿਹੜਾ ਬੰਦਾ ਵਾ ਆਹ ਇਹਦਾ ਨਾਮ ਆ ਇਹਦੀ ਸ਼ਕਲ ਆ ਇਹਦਾ ਆਇਰਿਸ ਆ ਇਹਦੇ ਫਿੰਗਰਪ੍ਰਿੰਟਸ ਨੇ ਇਹ ਤੁਹਾਡੇ ਉੱਥੇ ਵੜਿਆ ਵੀ ਸਾਨੂੰ ਇਹ ਵਾਪਸ ਚਾਹੀਦਾ ਜੀ। ਜੇ ਕਹਿਣ ਜੀ ਹੁਣ ਇਹ ਰਹਿੰਦਾ ਕਿੱਥੇ ਇਹਦਾ ਪੁਖਤਾ ਫੇਰ ਤਾਂ ਜੀ ਫਿਰ ਇੰਡੀਅਨ ਜਿਹੜੀਆਂ ਖੁਫੀਆ ਏਜੰਸੀਜ਼ ਨੇ ਉਹਨਾਂ ਨੂੰ ਜਾ ਕੇ ਉੱਥੇ ਕੰਮ ਕਰਨਾ ਪੈਣਾ ਨਾ ਜੀ ਫਿਰ ਉਹਨਾਂ ਦੀ ਇੰਟਰਨਲ ਜਿਹੜੀ ਸੋਵਰੇਨਿਟੀ ਆ ਉਹ ਖਤਰੇ 'ਚ ਹੁੰਦੀ ਹੈ ਜੀ। ਹੁਣ ਕੀ ਜਿਹੜੀ ਐਕੂਰੇਟ ਇਨਫੋਰਮੇਸ਼ਨ ਨਿੱਜਰ ਦੇ ਕਾਤਲਾਂ ਦੇ ਬਾਰੇ ਜਿਹੜੀ ਭਾਰਤ ਆਪਣੇ ਜਿਹੜੇ ਕ੍ਰਿਮੀਨਲਸ ਬਾਰੇ ਨਹੀਂ ਸੀ ਦੇ ਸਕਦਾ ਕਿ ਜਿਹੜੀ ਹੈਗੀ ਆ ਟਰੂਡੋ ਸਰਕਾਰ ਨੇ ਉਹ ਇਨਫੋਰਮੇਸ਼ਨ ਉਹੋ ਜਿਹੀ ਇਨਫੋਰਮੇਸ਼ਨ ਪੁਖਤਾ ਬਣਾ ਕੇ ਐਨ ਫੂਲ ਪ੍ਰੂਫ ਬਣਾ ਕੇ ਕੇਸ ਫਾਈਲ ਦੇ ਉੱਤੇ ਬਣਾ ਕੇ ਕਿ ਭਾਰਤ ਸਰਕਾਰ ਨੂੰ ਜਾਂ ਮੋਦੀ ਐਡਮਿਨਿਸਟ੍ਰੇਸ਼ਨ ਨੂੰ ਸੌਂਪੀ ਕਿ ਨਹੀਂ ਸੌਂਪੀ ਉਹ ਫਿਰ ਦੇਣ ਉਹਦੀ ਕਾਪੀ ਫੜਾਉਣ ਨਾ ਵੀ ਲੋਕਾਂ ਨੂੰ ਵੀ ਆਹ ਅਸੀਂ ਐਵੀਡੈਂਸ ਆਹ ਉਹਨਾਂ ਨੂੰ ਫੜਾਇਆ ਸੀ ਤੇ ਇਹ ਤੇ ਜਵਾਬ ਨਹੀਂ ਦੇ ਰਹੇ ਫਿਰ ਤਾਂ ਫਿਰ ਉਹ ਕਿੱਥੇ ਆ ਸ਼ੁਭਨੀਤ ਜਿਹੜਾ ਸਿੰਗਰ ਹੈਗਾ ਰੈਪਰ ਉਹਦੀ ਵੀ ਬੜੀ ਗੱਲ ਇਸ ਟਾਈਮ ਜਿਹੜੀ ਚਰਚਾ ਵਿੱਚ ਆਈ ਹੋਈ ਹੈ ਕਿਉਂਕਿ ਉਹਨੂੰ ਇੱਕਦਮ ਹੀ ਇੱਥੇ ਜਿਹੜੇ ਉਹਦੇ ਬੁੱਕ ਮਾਈ ਸ਼ੋਅ ਤੋਂ ਇੱਥੇ ਸ਼ੋਜ਼ ਹੋਣੇ ਸੀਗੇ ਇੰਡੀਆ ਦੇ ਵਿੱਚ ਉਹ ਇੱਕਦਮ ਕੈਂਸਲ ਕਰ ਦਿੱਤੇ ਗਏ ਆ ਸਟੈਂਡ ਆਫ ਤੇ ਨੇ ਇਸ ਟਾਈਮ ਤੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਉਸ ਨੂੰ ਲੈ ਕੇ ਡਿਫਰੈਂਟ ਬਿਆਨ ਆ ਰਹੇ ਨੇ ਖਾਸ ਕਰਕੇ ਉਹਨੇ ਖੁਦ ਵੀ ਟਵਿੱਟਰ ਤੇ ਜਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਗੱਲ ਕਹੀ ਹੈ ਵੀ ਮੇਰਾ ਭਾਰਤ ਦੇਸ਼ ਹੈਗਾ ਮੈਂ ਭਾਰਤੀ ਹੈਗਾ ਮੈਂ ਆਉਣਾ ਚਾਹੁੰਦਾ ਸੀਗਾ ਇਸ ਦੇ ਨਾਲ ਹੀ ਬਿਲਕੁਲ ਗੱਲ ਜੁੜਦੀ ਹੈ ਕਿ ਵੀਜ਼ਾਸ ਜਿਹੜੇ ਬੰਦ ਕਰ ਦਿੱਤੇ ਗਏ ਉਹਨਾਂ ਦੇ ਬਾਰੇ 'ਚ ਤੁਹਾਡਾ ਕੀ ਸਟੈਂਡ ਕਿਵੇਂ ਸੋਚਦੇ ਹੋ ਤੁਸੀਂ ਉਹਦੇ ਬਾਰੇ? ਬਿੰਦੂ ਜੀ ਸਰਕਾਰਾਂ ਦਾ ਨਾ ਜੀ ਇੱਕ ਬਹੁਤ ਵਧੀਆ ਅੱਜ ਕੱਲ੍ਹ ਕੰਮ ਆ ਉਹ ਨਾ ਜਿਹੜੀ ਠੀਕ ਕੰਮ ਹੁੰਦਾ ਉਹ ਉਦੋਂ ਹੀ ਕਰਦੇ ਆ ਜਦ ਤੱਕ ਬਾਕੀ ਦੀਆਂ ਸਾਰੀਆਂ ਸੰਭਾਵਨਾਵਾਂ ਉਹ ਟੈਸਟ ਨਾ ਕਰ ਲੈਣ ਅੰਗਰੇਜ਼ੀ 'ਚ ਕਹਿੰਦੇ ਦੇ ਡੂ ਦੀ ਰਾਈਟ ਥਿੰਗਸ ਆਫਟਰ ਹੈਵਿੰਗ ਐਗਜ਼ੌਸਟਡ ਆਲ ਅਦਰ ਪੋਸੀਬਿਲਿਟੀਜ਼ ਬਈ ਸਾਰੇ ਪੁੱਠੇ ਕੰਮ ਕਰਕੇ ਉਦੋਂ ਬਾਅਦ 'ਚੋਂ ਛਿੱਤਰ ਖਾ ਕੇ ਨਾ ਜਿਹਨੂੰ ਕਹਿੰਦੇ 100 ਛਿੱਤਰ ਖਾ ਕੇ ਫੇਰ ਲਾਈਨ 'ਤੇ ਆਉਂਦੇ ਇਹ ਸਰਕਾਰਾਂ ਬਈ ਜੇ ਜਿਹੜੀ ਹੈਗੀ ਆ ਕੈਨੇਡਾ ਦੀ ਸਰਕਾਰ ਨੇ ਇੱਕ ਗਲਤੀ ਕੀਤੀ ਹੈ ਭਾਰਤ ਦੀ ਸਰਕਾਰ ਨੂੰ ਦਿਆਨਤਦਾਰੀ ਜਾਂ ਭਾਰਤ ਦੀ ਸਰਕਾਰ ਨੂੰ ਜਿਹੜੀ ਹੈਗੀ ਆ ਇੱਕ ਮੈਚਿਓਰਿਟੀ ਦਿਖਾਉਣੀ ਚਾਹੀਦੀ ਸੀ ਵੀ ਠੀਕ ਹੈ ਜੀ ਉਹਨੇ ਬੰਦੇ ਨੇ ਕਰਤੀ ਹੈ ਤੇ ਸਾਨੂੰ ਵੀ ਆ ਜਿਹੜੇ ਉਹਨਾਂ ਨੇ ਐਕਸਪੈਲ ਕੀਤਾ ਇਹ ਅਸੀਂ ਕਰਤਾ ਹੁਣ ਵੀਜ਼ਾ ਦੇ ਵਿੱਚ ਜਿਹੜੀ ਰਿਸਟ੍ਰਿਕਸ਼ਨ ਸੀਗੀਆਂ ਲਾਈਆਂ ਨੇ ਇਹਦੇ ਵਿੱਚ ਬਹੁਤ ਸਾਰਾ ਜਿਹੜਾ ਹੈਗਾ ਭਾਰਤੀ ਹੀ ਸਫਰ ਕਰਨੇ ਆ ਔਰ ਸਪੈਸ਼ਲੀ ਪੰਜਾਬ ਦੇ
ਹੁਣ ਜਿਹੜੇ ਤੁਸੀਂ ਇਹਦੀ ਗੱਲ ਰੈਪਰ ਦੀ ਗੱਲ ਕਰਦੇ ਹੋ ਤੁਸੀਂ ਇਹਦੀ ਸ਼ੁਭ ਦੀ ਮੈਂ ਹਾਂਜੀ ਮੈਨੂੰ ਇਹਦੀ ਇੱਕ ਹੋਰ ਯਾਦ ਆਉਂਦਾ ਕਿ ਆਪਣਾ ਇੱਕ ਕ੍ਰਿਕਟਰ ਹੈ ਮੋਹਾਲੀ ਤੋਂ ਜਿਹੜਾ ਫਾਸਟ ਬੋਲਰ ਹੈ ਜਿਹਦੇ ਆਪਣੇ ਪੂਰੇ ਕੇਸ ਰੱਖੇ ਹੋਏ ਆ ਮੈਂ ਉਹਦਾ ਨਾਂ ਭੁੱਲ ਜਾਂਦਾ ਉਹਨੇ ਇੱਕ ਵਾਰੀ ਕੈਚ ਡ੍ਰੌਪ ਕਰਤਾ ਸੀ ਮੈਚ ਦੇ ਵਿੱਚ ਉਹਨੂੰ ਵੀ ਖਾਲਿਸਤਾਨੀ ਜਿਹੜਾ ਇਹ ਟ੍ਰੈਂਡ ਹੈ ਨਾ ਔਰ ਇਸ ਨੂੰ ਜਿਹੜੀ ਇਹ ਰੂਲਿੰਗ ਪਾਰਟੀ ਜਿਹੜੀ ਭਾਰਤ ਦੀ ਰੂਲਿੰਗ ਪਾਰਟੀ ਜਿਹੜੀ ਹੈ ਇਹਨੂੰ ਇਹ ਡਿਸਕਰੇਜ ਕਰਨਾ ਚਾਹੀਦਾ ਜੀ ਖਾਸ ਕਰਕੇ ਇਸ ਤੇ ਰਾਜਾ ਵੜਿੰਗ ਨੇ ਵੀ ਕੱਲ ਆਪਣਾ ਬਿਆਨ ਦਿੱਤਾ ਹੈ ਜਾਂ ਕੁਝ ਪੋਲੀਟੀਕਲ ਪਾਰਟੀਆਂ ਬਾਕੀ ਵੀ ਇਹ ਗੱਲ ਕਹਿ ਰਹੀਆਂ ਕਿ ਸਿਰਫ ਹਰ ਕਿਸੇ ਸਿੱਖ ਨੂੰ ਜਾਂ ਟਰਬਨਡ ਮੈਨ ਨੂੰ ਪੇਂਟ ਕਰ ਦੇਣਾ ਐਂਟੀ ਨੈਸ਼ਨਲ ਜਾਂ ਖਾਲਿਸਤਾਨੀ ਇਹ ਵੀ ਕਿੱਥੋਂ ਤੱਕ ਸਹੀ ਹੋ ਸਕਦਾ ਕਿਉਂਕਿ ਨਾ ਕਰਦੇ ਕਿਉਂਕਿ ਕਹਿੰਦੇ ਸਾਰੇ ਦੇ ਸਾਰੇ ਤਾਂ ਨਹੀਂ ਹੈਗੇ ਉਹਨਾਂ ਨੇ ਵੀ ਸਟੈਂਡ ਕੀਤਾ ਕਿ ਘੱਟੋ ਘੱਟ ਸ਼ੁਭ ਨੂੰ ਜਿਹੜਾ ਹੈਗਾ ਉਹਨੂੰ ਤਾਂ ਆਪਣਾ ਰੈਪਰ ਨੂੰ ਤਾਂ ਧਿਆਨ ਦੇਣਾ ਚਾਹੀਦਾ ਸੀ ਨਕਸ਼ੇ ਦੀ ਇੱਕ ਗੱਲ ਹੋਈ ਸੀਗੀ ਜਿਹੜਾ ਉਹਨੇ ਆਪਣੇ ਟਵਿੱਟਰ ਹੈਂਡਲ ਤੇ ਪਾਤਾ ਸੀਗਾ ਉਹ ਨਕਸ਼ੇ ਦੀ ਇੱਕ ਗੱਲ ਹੋਈ ਸੀਗੀ ਪਰ ਉਸ ਟਾਈਮ ਉਹਦਾ ਇਹ ਵੀ ਦਲੀਲਾਂ ਦਿੱਤੀਆਂ ਜਾ ਰਹੀਆਂ ਕਿ ਉਹ ਜਿਹੜਾ ਭਾਰਤ ਦਾ ਨਕਸ਼ਾ ਸੀ ਸਾਰਾ ਦਾ ਸਾਰਾ ਉਸ ਤੇ ਟਾਈਮ ਤੇ ਉਹ ਜਿਹੜੇ ਬਲੈਕਆਊਟਸ ਹੋਏ ਸੀ ਕਿਉਂਕਿ ਉਸ ਟਾਈਮ ਕਸ਼ਮੀਰ ਦਾ ਬਲੈਕਆਊਟ ਹੋਇਆ ਸੀ ਹੋਰ ਜਗ੍ਹਾ ਹੋਇਆ ਸੀ ਉਵੇਂ ਦਾ ਪੇਂਟ ਹੋਇਆ ਸੀ ਤਾਂ ਉਹਦੇ ਲਈ ਵੀ ਉਹਨੇ ਪ੍ਰੇ ਕੀਤੀ ਉਹਦੇ ਉੱਪਰ ਲਿਖਿਆ ਹੋਇਆ ਸੀ ਆਈ ਪ੍ਰੇ ਫॉर ਇੰਡੀਆ ਤੇ ਇਸ ਤਰ੍ਹਾਂ ਦਾ ਇਸ ਨੂੰ ਲੈ ਕੇ ਉਹਨੂੰ ਸ਼ਾਇਦ ਬੈਨ ਕਰ ਦਿੱਤਾ ਗਿਆ ਵੀ ਐਵੇਂ ਦੀ ਚੀਜ਼ਾਂ ਦਾ ਪਲੀ ਲੈਣੀ ਚਾਹੀਦੀ ਹੈ ਇਹ ਤਾਂ ਪੁਰਾਣੀ ਆਦਤ ਹੈ ਦੇਖੋ ਜੀ ਸਾਹਿਰ ਦੇ ਗੀਤ ਜਿਹੜੇ ਸੀ ਜਵਾਹਰ ਲਾਲ ਨਹਿਰੂ ਨੇ ਵੀ ਬੈਨ ਕਰਤੇ ਸੀ ਉਹ ਤਾਂ ਜਿਨੇ ਨਾਜ਼ ਹੈ ਹਿੰਦ ਪਰ ਉਹ ਕਹਾਂ ਹੈ ਸੋ ਜਿਹੜੇ ਕ੍ਰੀਏਟਿਵਿਟੀ ਵਾਲੇ ਲੋਕ ਹੈ ਉਹਨਾਂ ਨੂੰ ਇਹ ਕਈ ਵਾਰੀ ਫੇਸ ਕਰਨਾ ਪੈਂਦਾ ਹਿਸਟੋਰਿਕ ਹੈ ਕਿਉਂਕਿ ਮੈਂ ਇਹ ਦੇਖਿਆ ਕਿ ਪੋਲੀਟੀਸ਼ੀਅਨ ਚਾਹੇ ਇੱਥੇ ਹੁਣ ਤੁਹਾਨੂੰ ਇਹ ਸ਼ਾਇਦ ਨਹੀਂ ਹੋਣਾ ਕਿ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਵਾਸਤੇ ਦਿਲਚਸਪ ਗੱਲ ਹੋਊਗੀ ਕਿ ਵਾਈਟ ਹਾਊਸ ਜਿਹੜੇ ਕੋਰਸਪੋਂਡੈਂਟਸ ਉਹਨਾਂ ਦੀ ਇੱਕ ਐਸੋਸੀਏਸ਼ਨ ਹੁੰਦੀ ਹੈ ਔਰ ਸਾਲ ਦੇ ਵਿੱਚ ਇੱਕ ਡਿਨਰ ਹੁੰਦਾ ਪ੍ਰੈਜ਼ੀਡੈਂਟ ਆਫ USA ਦੇ ਨਾਲ ਔਰ ਉਹਦੇ ਵਿੱਚ ਨਾ ਜੀ ਕਈ ਵਾਰੀ ਬਹੁਤ ਹੀ ਤਿੱਖੇ ਕਿਸਮ ਦਾ ਮਜ਼ਾਕ ਹੁੰਦਾ ਔਰ ਜਿਹੜੇ ਇਸ ਤੋਂ ਪਹਿਲਾਂ ਰਾਸ਼ਟਰਪਤੀ ਸੀਗੇ ਬਰਾਕ ਓਬਾਮਾ ਉਹ ਖੁਦ ਉਸ ਮਜ਼ਾਕ ਦੇ ਵਿੱਚ ਖੁਦ ਪਾਰਟਿਸਿਪੇਟ ਕਰਕੇ ਔਰ ਬੜੇ ਜ਼ੋਰ ਨਾਲ ਉਹਨੂੰ ਇੰਜੋਏ ਕਰਦੇ ਸੀ ਪਰ ਡੋਨਲਡ ਟਰੰਪ ਨੂੰ ਪਸੰਦ ਹੀ ਨਹੀਂ ਸੀ ਆਇਆ ਉਹਨੇ ਉਹ ਡਿਨਰ ਹੀ ਕੈਂਸਲ ਕਰਤੇ ਸੀ ਸੋ ਜੇ ਅਸੀਂ ਇਹ ਕਹੀਏ ਨਾ ਵੀ ਸਿਰਫ ਇਹ ਬਿਮਾਰੀ ਭਾਰਤ ਦੇ ਵਿੱਚ ਇਹ ਬਿਮਾਰੀ ਸਾਰੇ ਪਾਸੇ ਹੀ ਹੈ ਸੋ ਬਿਮਾਰੀ ਜਦੋਂ ਹੁਣ ਕਿਉਂਕਿ ਮੈਂ ਜਿਹੜਾ WTO ਦੀ ਗੱਲ ਕੀਤੀ ਹੈ ਨਾ ਇਹ ਹੁਣ ਅਸੀਂ ਜਿੰਨਾ ਟੈਕਨੋਲੋਜੀ WhatsApp WTO ਫਲਾਨੀਆਂ ਧਮਕੀਆਂ ਹੁਣ ਰੋਜ਼ ਨਵੀਂ ਟੈਕਨੋਲੋਜੀ ਹੁੰਦੀ ਹੈ ਅਸੀਂ ਹੋਰ ਨੇੜੇ ਹੁੰਦੇ ਜਾਂਦੇ ਸੋ ਬਿਮਾਰੀਆਂ ਵੀ ਇੱਕ ਦੂਜੇ ਸਾਡੀਆਂ ਸਾਂਝੀਆਂ ਹੋ ਰਹੀਆਂ ਨੇ ਸੋ ਜਿਹੜਾ ਪੋਲੀਟੀਸ਼ੀਅਨ ਦਾ ਜਿਹੜਾ ਮਾਦਾ ਨਾ ਟੋਲਰੈਂਸ ਦਾ ਉਹ ਖਤਮ ਹੋ ਗਿਆ ਉਹ ਖਤਮ ਹੀ ਇਸੇ ਤਰ੍ਹਾਂ ਸਾਡੇ ਲੋਕਾਂ ਦਾ ਖਤਮ ਹੈ ਉਹ ਮਾੜੀ ਜੀ ਗੱਲ ਦੇ ਉੱਤੇ ਹੁੰਦੇ ਉਹ ਸਿੱਧਾ ਹੀ ਇੱਕ ਰਿਐਕਟ ਬਹੁਤ ਕਰਦੇ ਹਾਂਜੀ ਹੁਣ ਜਿਵੇਂ ਮੈਂ ਹੁਣ ਮੇਰੇ ਕਈ ਲੋਕਾਂ ਨੂੰ ਮੇਰੀ ਇਹ ਗੱਲ ਪਸੰਦ ਨਹੀਂ ਆਊਗੀ ਵੀ ਜੇ ਮੈਂ ਟਰੂਡੋ ਨੂੰ ਉਹਦੀ ਆਲੋਚਨਾ ਕੀਤੀ ਇਹ ਤਾਂ ਜੀ ਮੋਦੀ ਭਗਤ ਹੈ ਅੱਛਾ ਜੀ ਫਿਰ ਜੇ ਮੋਦੀ ਭਗਤ ਨਹੀਂ ਹੈ ਜੀ ਫਿਰ ਕੋਈ ਕਹਦੂਗਾ ਜੀ ਕਾਮਰੇਡ ਹੈ ਅੱਛਾ ਜੀ ਫਿਰ ਮੈਂ ਕਈ ਸੋ ਮੈਂ ਤਾਂ ਹੱਸ ਕੇ ਇਸ ਗੱਲ 'ਚ ਸਾਰ ਦੇਣਾ ਪਰ ਜਿਹੜਾ ਅਸੀਂ ਜਰਨਲਿਸਟਾਂ ਦਾ ਕੰਮ ਇਹ ਹੈ ਕਿਉਂਕਿ ਜਿਹੜਾ ਬਿਆਨ ਆ ਉਹ ਟਰੂਡੋ ਦਾ ਜੀ ਬਿਲਕੁਲ ਤੇ ਪੜਚੋਲ ਉਹਦੀ ਜਿਹੜੀ ਜਰਨਲਿਸਟਿਕ ਉਹਦਾ ਡਾਇਸੈਕਸ਼ਨ ਹੋਣੀ ਆ ਉਹ ਉੱਥੇ ਹੋਣੀ ਜਦੋਂ ਉਹ ਇਨਵੈਸਟੀਗੇਸ਼ਨ ਪੂਰੀ ਹੋ ਗਈ ਜਿਸ ਦਿਨ ਇਨਵੈਸਟੀਗੇਸ਼ਨ ਪੂਰੀ ਹੋ ਗਈ ਤੇ ਉਹ ਉੱਥੇ ਉਹ ਸਬੂਤ ਪੇਸ਼ ਕਰਤਾ ਕਿ ਭਾਰਤ ਉਹਦੇ ਵਿੱਚ ਇਨਵੋਲਵਡ ਆ ਮੁਲਵਜ਼ ਆ ਫਿਰ ਭਾਰਤ ਦੀ ਮੁਜ਼ੰਮਤ ਸ਼ੁਰੂ ਹੋਏਗੀ ਅੱਛਾ ਜੇ ਦੂਸਰੇ ਪਾਸੇ ਹੋਇਆ ਕੋਈ ਹੋਰ ਹੀ ਨਿਕਲਿਆ ਫਿਰ ਕੀ ਹੋਊਗਾ ਫਿਰ ਇਹ ਜਿਹੜਾ ਹੁਣ ਤੱਕ ਖੇਡਿਆ ਕਿੱਧਰ ਨੂੰ ਗਿਆ ਜਾਂ ਮੇਰੀ ਗੱਲ ਸੁਣੋ ਜੀ ਮੈਂ ਤਾਂ ਇਹ ਗੱਲ ਕਰਦਾ ਜਿਵੇਂ ਰਿਪੁਦਮਨ ਮਲਿਕ ਦਾ ਕੇਸ ਦੇ ਬਾਰੇ ਨਹੀਂ ਬੋਲਦੇ ਕਨਿਸ਼ਕਾ ਬੰਬਿੰਗ ਬਾਰੇ ਜਿਹੜੀ ਹੈਗੀ ਆ ਕੈਨੇਡਾ ਦੀ ਸਰਕਾਰ ਹੁਣ ਕਿੰਨਾ ਸੰਜੀਦਾ ਵਾ ਉਹਨਾਂ ਵਾਸਤੇ ਕਿਹੜਾ ਇਨਸਾਫ ਲੈਤਾ ਜੀ ਇਹਨੇ ਜੀ ਜੀ ਤੇ ਉਹ ਕੈਨੇਡਾ ਦੀ ਸਰਕਾਰ ਦੇ ਵਿੱਚ ਉੱਥੇ ਵੀ ਤਾਂ ਟਾਈਮਲੀ ਲੈਵਲ ਦੇ ਉੱਤੇ ਬਈ ਅਸੀਂ ਇੱਕ ਖੇਡ ਖੇਡਣੀ ਹੈ ਜੀ ਉਹ ਇੱਕ ਟੈਂਡੈਂਸੀ ਆ ਉਹ ਗਲੋਬਲ ਟੈਂਡੈਂਸੀ ਆ ਔਰ ਇਹ ਐਨਜੇ ਚੱਲਦੀਆਂ ਰਹਿਣਗੀਆਂ ਪਰ ਜਿਹੜਾ ਇੱਥੇ ਤੱਕ ਕਿ ਇੱਕ ਪੂਰੀ ਤਰੀਕੇ ਦੇ ਨਾਲ ਇੱਕ ਸ਼ੋਰ ਪਾਇਆ ਜਾ ਰਿਹਾ ਜਾਂ ਕਹਿ ਸਕਦੇ ਹਾਂ ਗੱਲ ਬਾਹਰ ਆ ਰਹੀ ਹੈ ਉੱਚੀ ਆਵਾਜ਼ ਦੇ ਵਿੱਚ ਕਿ ਕੈਨੇਡੀਅਨ ਸਿਟੀਜ਼ਨ ਜਿਹੜੇ ਕਿ ਭਾਰਤੀ ਨੇ ਉਹਨਾਂ ਲਈ ਵੀਜ਼ਾ ਬੰਦ ਕਰਨ ਵਾਲੀ ਜਿਹੜੀ ਭਾਰਤ ਨੇ ਇੱਕ ਸਟੈਂਡ ਲਿਆ ਬਹੁਤ ਹੀ ਗਲਤ ਹੈਗਾ ਪਰ ਜਿੱਥੋਂ ਤੱਕ ਦੇਖਿਆ ਜਾਏ ਇੱਕ ਪੱਖ ਮੈਨੂੰ ਇਹ ਵੀ ਸੁਣਾਈ ਦਿੱਤਾ ਕੁਝ ਲੋਕਾਂ ਦੇ ਵਿੱਚ ਗੱਲ ਅਸੀਂ ਕੁਝ ਗਰੁੱਪਸ 'ਚ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਇੰਡੀਆ ਛੱਡ ਕੇ ਉੱਧਰ ਚਲੇ ਗਏ ਬਸ ਕੇ ਉੱਧਰ ਜਾ ਕੇ ਸਿਟੀਜ਼ਨ ਹੋ ਗਏ ਉਹ ਕੈਨੇਡੀਅਨ ਨੇ ਹੁਣ ਉਹ ਕੈਨੇਡੀਅਨ ਭਾਰਤੀ ਨੇ NRI ਵੀ ਕਹਿਣਾ ਉਹਨਾਂ ਨੂੰ ਠੀਕ ਨਹੀਂ ਹੈਗਾ ਨਾਨ ਰੈਜ਼ੀਡੈਂਟ ਇੰਡੀਅਨ ਵੀ ਨਹੀਂ ਹੈਗੇ ਉਹ ਕੈਨੇਡੀਅਨ ਸਿਟੀਜ਼ਨ ਹੋ ਗਏ ਔਰ ਜਦੋਂ ਇੱਕ ਵਾਰੀ ਕੈਨੇਡੀਅਨ ਸਿਟੀਜ਼ਨ ਹੀ ਹੋ ਗਏ ਤੇ ਉਹਦੇ ਬਾਅਦ ਫਿਰ ਉਹ ਭਾਰਤ ਦੀ ਡਿਸਕ੍ਰਿਸ਼ਨ ਜਾਂ ਉਹਨਾਂ ਦੀ ਉਹਦੇ ਵਿੱਚ ਆ ਜਾਂਦਾ ਹੈ ਇੱਕ ਅਧਿਕਾਰ ਖੇਤਰ ਦੇ ਵਿੱਚ ਕਿ ਉਹ ਉਹਨਾਂ ਨੂੰ ਵੀਜ਼ਾ
ਦੇਣ ਜਾਂ ਡਿਨਾਈ ਕਰਨ, ਉਹਦੇ ਵਿੱਚ ਇੰਨਾ ਜ਼ਿਆਦਾ ਇਸ ਤਰੀਕੇ ਨਾਲ ਕਹਿਣਾ ਵੀ ਭਾਰਤੀ ਨੇ, ਉਹਨਾਂ ਸਫ਼ਰ ਕਰ ਰਹੇ ਨੇ, ਉਹ ਪੰਜਾਬੀ ਇੱਥੇ ਆ ਨਹੀਂ ਸਕ ਰਹੇ ਆ ਕੁਝ, ਠੀਕ ਹੈ ਕਿਉਂਕਿ ਉਹਨਾਂ ਦੀ ਰੂਟਸ ਇੱਥੇ ਰਹੀਆਂ ਨੇ, ਬਟ ਅੱਜ ਸਿਚੁਏਸ਼ਨ ਡਿਫਰੈਂਟ ਹੈ। ਜੇ ਬਾਈ ਦੀ ਵੇ ਤੁਸੀਂ ਕਿਸੇ ਹੋਰ ਦੇਸ਼ ਵਾਸਤੇ ਆਪਣੇ ਪੇਪਰਸ ਲਾਉਂਦੇ ਹੋ ਔਰ ਉਹ ਪੇਪਰ ਰਿਜੈਕਟ ਕਰ ਦਿੰਦੇ ਜਾਂ ਤੁਹਾਡਾ ਵੀਜ਼ਾ ਨਹੀਂ ਲੱਗਦਾ, ਤਾਂ ਡੈਫੀਨੇਟਲੀ ਉਹਨਾਂ ਦੀ ਪੈਰੀਫਰੀ ਹੋਗੀ ਨਾ ਜੀ। ਇਸ ਤਰ੍ਹਾਂ ਦੀ ਵੀ ਗੱਲਾਂ ਆ ਰਹੀਆਂ ਨੇ, ਕੀ ਇਹ ਤੁਹਾਨੂੰ ਲੱਗਦਾ ਵੀ ਇਹ ਕੁਝ ਇਹਦੇ 'ਚ ਕਨਫਿਊਜ਼ਨ? ਨਹੀਂ, ਉਹ ਜਿਹੜੇ ਲੋਕਾਂ ਦਾ ਜਿਹੜਾ ਪੇਪਰ ਲਾਏ ਤੇ ਵੀਜ਼ਾ ਰਿਜੈਕਟ ਹੋ ਗਿਆ, ਉਹ ਇੱਕ ਹੋਰ ਪ੍ਰੋਸੈਸ ਹੈ। ਪਰ ਤੁਸੀਂ ਇੱਕ ਬਲੈਂਕੇਟ ਬੈਨ ਲਗਾ ਦਿਓ ਵੀ ਫਲਾਨੀ ਸਿਟੀਜ਼ਨਸ਼ਿਪ ਨੂੰ ਅਸੀਂ ਵੀਜ਼ਾ ਦੇਣਾ ਹੀ ਨਹੀਂ ਜੀ, ਉਹ 'ਚ ਬਹੁਤ ਫਰਕ ਹੈ ਔਰ ਉਹ ਬਹੁਤ ਬੇਤੁਕਾ ਕਹਿ ਸਕਦੇ ਔਰ ਐਕਸੈਪਟੇਬਲ ਵੀ ਹੈ ਨਹੀਂ। ਔਰ ਜਿਹੜਾ ਇਕੱਲਾ ਕਿ ਜਸਟਿਨ ਟਰੂਡੋ ਨੇ ਤੁਹਾਡੇ ਖਿਲਾਫ ਬੋਲਿਆ ਤੇ ਉਹਦੇ ਵਿੱਚ ਜਿਹੜੇ ਜਸਟਿਨ ਟਰੂਡੋ ਦੇ ਖਿਲਾਫ ਕੋਈ ਜਿਹੜੇ ਆਪੋਜੀਸ਼ਨ 'ਚ ਲੋਕੀ ਹੋਣਗੇ, ਉਹਨੂੰ ਵੀ ਤੁਸੀਂ ਇਸ ਲਈ ਨਹੀਂ ਆਉਣਦੇ ਕਿ ਉਹ ਕੈਨੇਡੀਅਨ ਹੈ, ਉਹ ਵੀ ਤਾਂ ਗਲਤ ਹੈ ਨਾ। ਹੁਣ ਉਹ ਬਰਾਬਰ ਜੇ ਦੀ ਉਹ ਬਣ ਜਾਂਦੀ ਹੈ। ਜਿਹੜੀ ਤੁਸੀਂ ਪਹਿਲਾਂ ਗੱਲ ਕਰਦੇ ਹੋ, ਜਦੋਂ ਤੁਸੀਂ ਕਮਿਊਨਿਟੀਜ਼ ਨੂੰ ਪੇਂਟ ਕਰਨਾ ਸ਼ੁਰੂ ਕਰ ਦਿੰਦੇ ਹੋ, ਇਹ ਜਿਵੇਂ ਹੁਣ ਕਿੱਥੇ ਮੈਂ ਹੁਣ ਉਹਦਾ ਨਾਮ ਨਹੀਂ ਲੈਣਾ, ਇੱਕ ਆਪਣੇ ਆਪ ਨੂੰ ਸਟਾਰ ਕਹਿੰਦੀ ਹੈ, ਉਹ ਕਹਿੰਦੀ ਹੈ ਜੀ ਕਿ ਸਿੱਖਾਂ ਨੂੰ ਆਪਣੀ ਜਿਹੜੀ ਨੈਸ਼ਨਲਿਜ਼ਮ ਅਪਰੂਵ ਕਰਨੀ ਚਾਹੀਦੀ ਹੈ। ਤੇ ਭਾਈ ਤੂੰ ਕੌਣ ਹੋਗੀ ਤੇ ਸਾਨੂੰ ਦੱਸਣ ਵਾਲੀ? ਇਹ ਅਸੀਂ ਤਾਂ ਪ੍ਰੂਵ ਕਰ ਚੁੱਕੇ ਹਾਂ ਵੀ ਜਿਹੜੇ ਸਿੱਖ ਨੇ ਉਹ ਆਪਣੀ ਨੈਸ਼ਨਲਿਜ਼ਮ, ਲਾਇਲਟੀ ਜਾਂ ਜਿਹੜੀ ਉਹਨਾਂ ਦੀ ਦ੍ਰਿੜਤਾ ਹੈ ਵੀ ਜਿਹੜੇ ਵੀ ਕੰਮ ਕਰਨਾ, ਚਾਹੇ ਅਸੀਂ ਇੰਡੀਅਨ ਨੈਸ਼ਨਲ ਆ, ਚਾਹੇ ਅਸੀਂ ਕੈਨੇਡੀਅਨ ਨੈਸ਼ਨਲ ਆ, ਯੂਕੇ ਦੇ ਨੈਸ਼ਨਲ, ਜਿੱਥੇ ਦੇ ਵੀ ਨੈਸ਼ਨਲ ਬਣ ਜਾਂਦੇ ਅਸੀਂ ਉੱਥੇ ਦ੍ਰਿੜਤਾ ਦੇ ਔਰ ਲਾਇਲਟੀ ਦੇ ਨਾਲ ਕੰਮ ਕਰਦੇ। ਲਾਇਲਟੀ ਤਾਂ ਇੱਥੇ ਪ੍ਰੂਵ ਹੁੰਦੀ ਹੈ ਕਿ ਕੱਲ ਪਰਸੋਂ ਚੌਥੇ ਦੇ ਵਿੱਚ ਆਪਾਂ ਦੇਖ ਲਈਏ, ਅੱਜ ਵਿੱਚ ਵੀ ਦੇਖ ਲਈਏ ਤਾਂ 3 ਜਿਹੜੇ ਨੇ ਜਵਾਨ ਜਿਹੜੇ ਨੇ ਉਹ ਸਰਹੱਦ ਤੋਂ ਵਾਪਸ ਆਏ ਨੇ ਅਨੰਤਨਾਗ ਤੋਂ, ਉਹ ਵੀ ਬਾਕਸ ਦੇ ਵਿੱਚ ਬੰਦ ਹੋ ਕੇ। ਇਸ ਤੋਂ ਵੱਡੀ ਲਾਇਲਟੀ ਹੋਰ ਕੀ ਹੋ ਸਕਦੀ ਹੈ? ਅੱਜ ਵੀ ਆਇਆ ਜਦ ਕਿ ਉਸ ਜਿਹੜੀ ਉਹਦੀ ਵਾਈਫ ਹੈਗੀ ਹੈ, ਉਹਦੇ ਪੇਟ ਦੇ ਵਿੱਚ ਬੱਚਾ ਹੈ ਇਸ ਟਾਈਮ ਤੇ, ਸ਼ੀ ਇਜ਼ ਪ੍ਰੈਗਨੈਂਟ। ਇਹ ਟ੍ਰੈਜਡੀਜ਼ ਸਾਡੀਆਂ ਜਿਹੜੀਆਂ ਹੈਗੀਆਂ, ਇਹ ਟ੍ਰੈਜਡੀਜ਼ ਕਾਹਦੇ ਵਾਸਤੇ ਹੋ ਰਹੀਆਂ? ਪੋਲੀਟੀਸ਼ੀਅਨ ਦੀਆਂ ਟ੍ਰੈਜਡੀਜ਼ ਨੇ ਨਾ, ਔਰ ਉਹਨਾਂ ਦੇ ਬੱਚੇ ਤਾਂ ਆਉਂਦੇ ਨਹੀਂ ਡੱਬਿਆਂ 'ਚ। ਉਹਨਾਂ ਦੇ ਬੱਚੇ ਤਾਂ ਕਿਸੇ ਪੋਲੀਟੀਸ਼ੀਅਨ ਦਾ ਬੱਚਾ ਡੱਬੇ 'ਚ ਨਹੀਂ ਆਇਆ ਅੱਜ ਤੱਕ, ਇਹ ਤਾਂ ਆਮ ਲੋਕਾਂ ਦੇ ਆਉਂਦੇ। ਔਰ ਆਮ ਲੋਕਾਂ ਦੀਆਂ ਹੁਣ ਬਿੰਦੂ ਜੀ ਐਂਡ ਆਫ ਦੀ ਸਟੋਰੀ ਇਹ ਹੈ ਕਿ ਟਰੂਡੋ ਨੇ ਵੀ ਤੇ ਮੋਦੀ ਨੇ ਵੀ ਜਿਹੜੀ ਹੈਗੀ ਆ ਇਲੈਕਸ਼ਨ ਲੁੱਟਣੀ। ਹੁਣ ਕਈ ਵਾਰੀ ਤੁਸੀਂ ਡੱਬਾ ਚੱਕ ਕੇ ਨਹੀਂ ਭੱਜ ਸਕਦੇ, ਉਹ ਤੌਰ ਤਰੀਕੇ ਬਦਲ ਜਾਂਦੇ ਆ ਕਿਉਂਕਿ ਜਿਹੜਾ ਆ ਮੀਡੀਆ, ਸੋਸ਼ਲ ਮੀਡੀਆ ਦਾ ਜ਼ਮਾਨਾ ਵਾ, ਇਹਦੇ ਵਿੱਚ ਤਾਂ ਮਿੰਟ 'ਚ ਐਕਸਪੋਜ਼ ਹੋ ਜਾਂਦਾ ਜੀ। ਸਾਡਾ ਜਾਣੇ ਟਾਈਮ ਤੇ ਜਦੋਂ ਪੱਤਰਕਾਰੀ ਕੀਤੀ ਸੀ, ਉਦੋਂ ਲਿਖ ਕੇ ਭੇਜਦੇ ਸੀ ਤੇ ਅਗਲੇ ਦਿਨ ਛਪਦੀ ਸੀ, ਉਦੋਂ ਅਗਲੇ ਦਿਨ ਕੋਈ ਪੜ੍ਹਦਾ ਸੀ। ਹੁਣ ਤਾਂ ਇਨਸੀਡੈਂਟ ਹੋਇਆ ਨਹੀਂ, 5 ਮਿੰਟਾਂ 'ਚ ਲਾਲਾ ਹੋ ਜਾਂਦੀ ਹੈ। ਸੋ ਹੁਣ ਜਿਹੜੀ ਹੈਗੀ ਆ ਚੋਣ ਕਿਵੇਂ ਲੁੱਟੀ ਜਾਵੇ ਜੀ। ਆਪੋਜੀਸ਼ਨ ਪਾਰਟੀਜ਼ ਇਹ ਵੀ ਕਹਿ ਰਹੀਆਂ ਨੇ, ਜੇ ਖਾਸ ਕਰਕੇ ਫਿਰ ਦੁਬਾਰਾ ਕਾਂਗਰਸ ਤੇ ਗੱਲ ਹੈ, ਕਾਂਗਰਸ ਪ੍ਰਧਾਨ ਨੇ ਕੱਲ੍ਹ ਇਹ ਗੱਲ ਕਹੀ ਕਿ G20 ਹੋਇਆ ਹੈ ਤੇ ਹੋਸਟ ਕੀਤਾ ਚਾਹੇ ਇੰਡੀਆ ਨੇ, ਉੱਥੇ ਜਿਹੜੇ ਸੀਗੇ ਇੱਧਰ ਵਾਲੀ ਸਾਈਡ ਤੋਂ ਮੋਦੀ ਜੀ ਵੱਲੋਂ ਜਾਂ ਪ੍ਰਧਾਨ ਮੰਤਰੀ ਵੱਲੋਂ ਜਸਟਿਨ ਟਰੂਡੋ ਜਦੋਂ ਆਮਨੇ ਸਾਹਮਣੇ ਹੋਏ ਤੇ ਉਹਨਾਂ ਨੂੰ ਚਾਂਦੀ ਦੇ ਪਲੇਟਾਂ ਦੇ ਵਿੱਚ ਰੋਟੀਆਂ ਖਵਾਈਆਂ ਗਈਆਂ, ਗਿਫਟ ਦਿੱਤੇ ਗਏ, ਸਾਰਾ ਕੁਝ ਕੀਤੇ ਗਏ। ਉੱਥੇ ਕਿਉਂ ਨਹੀਂ ਗੱਲ ਕੀਤੀ ਗਈ? ਉੱਥੇ ਕਿਉਂ ਨਹੀਂ ਗੱਲ ਹੋ ਸਕਦੀ ਸੀਗੀ? ਉੱਥੇ ਤਾਂ ਉਹ ਇੱਦਾਂ ਹੋ ਰਹੇ ਸੀ ਜਿਵੇਂ ਕਿ ਬੜੇ ਅਰਸੇ ਦੇ ਬਾਅਦ ਉਧਰੇ ਹੋਏ ਮਿਲੇ ਹੋਣ। ਨਹੀਂ, ਉੱਥੇ ਹੋਈ ਹੈ ਗੱਲ ਤਾਂ। ਇਹਦੇ ਵਿੱਚ ਜਿਹੜੀ ਟਰੂਡੋ ਔਰ ਮੋਦੀ ਦੀ ਆਪਸ ਗੱਲਬਾਤ ਆ, ਉਹਦੇ ਵਿੱਚ ਕਾਫੀ ਤਲਖੀ ਵਾਲੀ ਗੱਲ ਹੋਈ ਹੈ, ਜਿਹਦੇ ਕਰਕੇ ਇਹ ਸਾਰਾ ਹੋਇਆ। ਔਰ ਜਿਹੜੀਆਂ ਹੋਰ ਤਾਕਤਾਂ ਨੇ ਜਿਹੜੀਆਂ ਦੁਨੀਆ ਭਰ 'ਚ ਕੰਮ ਕਰਦੀਆਂ, ਉਹਨਾਂ ਨੂੰ ਇਹ ਮੌਕਾ ਵਧੀਆ ਮਿਲਿਆ। ਜਦੋਂ ਤੁਸੀਂ ਆਪੋਜੀਸ਼ਨ ਦੀ ਗੱਲ ਕਰਦੇ ਹੋ ਨਾ, ਮੈਨੂੰ ਕੈਨੇਡੀਅਨ ਆਪੋਜੀਸ਼ਨ ਵੀ ਚੇਤੇ ਆ ਗਈ। 18 ਤਰੀਕ ਨੂੰ ਜਸਟਿਨ ਟਰੂਡੋ ਆਪਣਾ ਬਿਆਨ ਕਰਦੇ ਆ ਪਾਰਲੀਮੈਂਟ 'ਚ। 19 ਤਰੀਕ ਨੂੰ ਉਹਨਾਂ ਦੇ ਜਿਹੜੇ ਲੀਡਰ ਆਫ ਦੀ ਆਪੋਜੀਸ਼ਨ ਜਿਹੜੇ ਹੈਗੇ ਪੈਰੀ ਪੋਲਰਵੇ, ਉਹਨਾਂ ਨੇ ਕਹਿਤਾ ਜੀ, ਹੁਣ ਮੈਂ ਨਹੀਂ ਕਹਿੰਦਾ, ਉਹ ਕਹਿ ਰਹੇ ਕਿ ਸਾਡੇ ਪ੍ਰਾਈਮ ਮਿਨਿਸਟਰ ਨੇ ਕੋਈ ਫੈਕਟ ਨਹੀਂ ਦੱਸਿਆ, ਕੋਈ ਐਵੀਡੈਂਸ ਨਹੀਂ ਦਿੱਤਾ ਬਈ ਕਿ ਇੰਡੀਆ ਇਨਵੋਲਵਡ ਆ ਨਿੱਜਰ ਕੇਸ ਦੇ ਵਿੱਚ। ਸਾਨੂੰ ਇਹ ਜਿਹੜੀ ਇੰਡੀਆ ਦੇ ਨਾਲ ਤੁਸੀਂ ਟਾਈਜ਼ ਦੇ ਬਾਰੇ ਫੈਸਲੇ ਲੈ ਰਹੇ ਹੋ, ਉਸ ਤੋਂ ਪਹਿਲਾਂ ਸਾਨੂੰ ਇਹ ਐਵੀਡੈਂਸ ਚਾਹੀਦਾ। ਕੈਨੇਡੀਅਨਸ ਸ਼ੁੱਡ ਗੈਟ ਟੂ ਨੋ। ਤੇ ਉਹ ਕੈਨੇਡੀਅਨ ਆਪੋਜੀਸ਼ਨ ਔਰ ਕੈਨੇਡਾ ਦੇ ਵਿੱਚ ਬਹੁਤ ਸਾਰੇ ਜਿਹੜੇ ਹੈਗੇ ਆ ਜਰਨਲਿਸਟ ਨੇ, ਉਹਨਾਂ ਦੇ ਵੀ ਮੈਂ ਓਪੀਨੀਅਨ ਸੁਣੀ ਜੀ। ਔਰ ਉਹ ਵੀ ਇਹ ਕਹਿ ਰਿਹਾ ਕਿ ਜਸਟਿਨ ਟਰੂਡੋ ਨੇ ਬਹੁਤ ਵੱਡੀ ਗੱਲ ਕਰ ਲਈ ਹੈ ਔਰ ਇਹਦੇ ਉੱਤੇ ਸ਼ਾਇਦ ਉਹਨੂੰ ਸਪੋਰਟ ਇੰਟਰਨੈਸ਼ਨਲ ਲੈਵਲ ਦੇ ਉੱਤੇ ਲਿਪ ਸਿੰਪਥੀ ਤੋਂ ਜ਼ਿਆਦਾ ਸ਼ਾਇਦ ਨਾ ਮਿਲੇ। ਪਰ ਇੱਕ ਵਾਰੀ ਤਾਂ ਕਹਿ ਰਹੇ ਸੀ ਕਿ ਬਹੁਤ ਸਾਰੇ G7 ਜਿਹੜੇ ਦੇਸ਼ ਨੇ ਜਾਂ ਫਿਰ ਬਾਕੀ ਦੇ ਜਿਹੜੇ ਆਸ-ਪਾਸ ਦੇ ਆਸਟ੍ਰੇਲੀਆ ਹੈ, ਹੋਰ ਦੇਸ਼ ਨੇ, ਉਹਨਾਂ ਦੀ ਉਹਨੂੰ
ਜਿਹੜੀ ਸਪੋਰਟ ਮਿਲ ਰਹੀ ਹੈ ਉਹ ਤਾਂ ਉਹ ਕਹਿ ਰਹੇ ਕੈਨੇਡਾ ਦੇ ਨੇ। ਨਾਲ ਹੈ। ਹਾਂਜੀ ਉਹ ਕਹਿ ਰਹੇ ਨੇ। ਤਾਂ ਉਹ ਦੇਖੋ ਜੀ, ਸਾਡੇ ਭਾਰਤ ਦੇ ਵਿੱਚ ਜੇ ਕੋਈ ਕਹੇ ਜੀ ਕਿ ਨਰਿੰਦਰ ਮੋਦੀ ਨੂੰ ਸਪੋਰਟ ਮਿਲਦੀ ਹੈ, ਜਦੇ ਕਹਿੰਦੇ ਨੇ ਗੋਦੀ ਮੀਡੀਆ, ਤੇ ਜਦੋਂ ਕੈਨੇਡੀਅਨ ਮੀਡੀਆ ਕਹੇ ਜੀ ਟਰੂਡੋ ਨੂੰ ਬੜੀ ਸਪੋਰਟ ਮਿਲਦੀ ਹੈ, ਉਹ ਕਹਿੰਦੇ ਗੱਲ ਸੱਚੀ ਹੈ। ਸੋ ਮੀਡੀਆ ਦਾ ਹਾਲ ਤਾਂ ਦੁਨੀਆ ਭਰ 'ਚ ਇੱਕੋ ਜਿਹਾ ਹੀ ਹੈ, ਤੇ ਬੜਾ ਕੋਈ ਫਰਕ ਹੈ ਨਹੀਂਗਾ, ਆਪਾਂ ਨੂੰ ਪਤਾ ਅੰਦਰ ਦੀ ਗੱਲ ਦਾ। ਸੋ ਜੋ ਮੀਡੀਆ ਦੇ ਵਿੱਚ ਕਿਹਾ ਜਾਂਦਾ, ਮੈਂ ਉਹਨੂੰ ਨਹੀਂ ਇੰਨੀ ਤਰਜੀਹ ਦਊਂਗਾ, ਉਹ ਦੇਸ਼ ਕਹਿਣ। ਜਿਵੇਂ ਤੁਸੀਂ ਅੱਜ ਕਿਹਾ ਕਿ ਪੈਂਟਾਗਨ ਨੇ ਕਿਹਾ ਜੀ, ਪੈਂਟਾਗਨ ਦੀ ਕੋਈ ਸਟੇਟਮੈਂਟ, ਜਿਹੜਾ ਸਪੋਕਸਮੈਨ ਸਟੇਟਮੈਂਟ ਇਹ ਦੇ ਕਿ ਜੀ ਐਕਸ ਅਫੀਸ਼ੀਓ ਹੈਗਾ ਉਹਦਾ। ਹਾਂ, ਤੇ ਜੇ ਉਹ ਇਹ ਸਟੇਟਮੈਂਟ ਦੇਵੇ ਕਿ ਭਾਰਤ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ, ਔਰ ਨਹੀਂ ਕਰ ਸਕਦੇ, ਕਿਉਂਕਿ ਜਿਸ ਤਰ੍ਹਾਂ ਚਾਈਨਾ ਦੁਨੀਆ ਦੇ ਉੱਤੇ ਹਾਵੀ ਹੋ ਰਿਹਾ ਹੈ, ਔਰ ਇੰਡੋ ਪੈਸੀਫਿਕ ਰੀਜਨ ਦੇ ਵਿੱਚ ਭਾਰਤ ਤੋਂ ਬਿਨਾਂ ਚੱਲਣਾ ਨਹੀਂ ਕੰਮ। ਜੀ ਬਿਲਕੁਲ। ਔਰ ਉਹਨਾਂ ਨੂੰ ਦੀਂਦਾ ਵਾ ਵੀ ਇੱਥੇ ਜੇ ਭਾਰਤ ਹੀ ਹੋਰ ਕੌਣ ਕਰੂਗਾ ਜੀ ਉਹਨਾਂ, ਔਰ ਇੱਕ ਇਦੋਂ ਵੱਡੀ ਮੰਡੀ ਹੈ ਨਹੀਂ। ਜੀ, ਔਰ ਉੱਥੇ ਹੀ ਗੱਲ ਆ ਜਾਂਦੀ ਜਿੱਥੇ ਕੱਲ, ਕਿਉਂਕਿ ਕਸ਼ਮਕਸ਼ ਆਲਰੇਡੀ ਚੱਲ ਰਹੀ ਹੈ, ਪੰਜਾਬ ਦੇ ਨਾਲ ਰਿਲੇਟਡ ਹੈਗਾ, ਕਿਉਂਕਿ ਪੰਜਾਬੀ ਸਭ ਤੋਂ ਜ਼ਿਆਦਾ ਕੈਨੇਡਾ 'ਚ ਗਏ ਹੋਏ ਹੈ। ਸੋ ਡੈਫੀਨੇਟਲੀ ਪੋਲੀਟੀਕਲ ਪਾਰਟੀਜ਼ ਇੱਥੇ ਕੱਲ ਪਰਸੋਂ ਵਿੱਚ 1-2 ਦਿਨਾਂ ਦੇ ਵਿੱਚ ਕਾਫੀ ਜ਼ਿਆਦਾ, ਤਾਂ ਤੁਸੀਂ ਵੀ ਦੇਖਿਆ ਸੁਣਿਆ ਹੋਏਗਾ, ਐਕਟਿਵ ਹੋਈਆਂ ਨੇ। ਬੀਜੇਪੀ ਦੀ ਜੇ ਗੱਲ ਕਰ ਲਈਏ, ਕਿਉਂਕਿ ਸੈਂਟਰ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈਗੀ ਹੈ, ਤੇ ਜਿਹੜੇ ਉਹਨਾਂ ਦੇ ਪ੍ਰਧਾਨ ਨੇ, ਬੀਜੇਪੀ ਪ੍ਰਧਾਨ ਜਿਹੜੇ ਕਾਂਗਰਸ ਤੋਂ ਆਏ ਨੇ, ਸੁਨੀਲ ਜਾਖੜ ਇਸ ਟਾਈਮ ਪ੍ਰੈਜ਼ੈਂਟ, ਉਹਨਾਂ ਨੇ ਵੀ ਗੱਲ ਕਹੀ ਕਿ ਦੇਸ਼ ਸਭ ਤੋਂ ਉੱਪਰ ਹੈ। ਸਾਨੂੰ ਕੈਨੇਡਾ ਦੇ ਵਿੱਚ ਜਿਹੜੇ ਵਿਦਿਆਰਥੀ ਨੇ, ਜਿੱਥੇ ਤੱਕ ਦੂਸਰੀਆਂ ਪਾਰਟੀਆਂ ਕਹਿ ਰਹੀਆਂ ਕਿ ਉੱਥੇ ਵਿਦਿਆਰਥੀ ਜਿਹੜੇ ਨੇ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਜਾਂ ਆ ਸਕਦੀਆਂ ਨੇ, ਤੇ ਕਹਿੰਦੇ ਸਾਨੂੰ ਉਹਨਾਂ ਸਭ ਦਾ ਖਿਆਲ ਹੈ, ਸਾਰੇ ਸੇਫ ਨੇ, ਉਹਨਾਂ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ, ਐਸੀ ਕੋਈ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ, ਪਰ ਦੇਸ਼ ਜਿਹੜਾ ਉਹ ਸਭ ਤੋਂ ਉੱਪਰ ਹੈ। ਤੇ ਉਹਨਾਂ ਨੇ ਆਪਣਾ ਸਟੈਂਡ ਕਲੀਅਰ ਕੀਤਾ ਹੈ ਕਿ ਜਿਹੜੀ ਜੋ ਕੈਨੇਡਾ ਕਹਿ ਰਿਹਾ ਉਹਦਾ ਜਵਾਬ ਪ੍ਰੋਪਰ ਤਰੀਕੇ ਨਾਲ ਦਿੱਤਾ ਜਾਏਗਾ, ਔਰ ਇਸ ਗੱਲ ਨੂੰ ਉਹ ਸਿਰੇ ਤੋਂ ਜਿਹੜਾ ਉਹ ਖਾਰਿਜ ਕਰਦੇ ਨੇ। ਨਹੀਂ, ਉਹਦੇ ਵਿੱਚ ਖਾਸ ਕਰਕੇ ਜਿੱਥੋਂ ਤੱਕ ਉਹੀ ਵਾਲੀ ਗੱਲ ਕਿ ਟਰੂਡੋ ਦੇ ਖਾਸ ਕਰਕੇ ਪਹਿਲੇ ਬਿਆਨ ਨੂੰ ਜਿਹੜਾ ਪਾਰਲੀਮੈਂਟ 'ਚ ਉਹਨਾਂ ਨੇ ਕਿਹਾ ਕਿ ਬੜਾ ਇਰਰਿਸਪੌਂਸਿਬਲ ਜਿਹਾ ਸੀਗਾ। ਉਹ ਦੇਖੋ, ਜਿਹੜੀ ਆਈਡੀਅਲੀ ਜੇ ਚਾਹੀਦਾ ਸੀ, ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਜੇ ਤੁਸੀਂ ਪੁਰਾਣਾ ਇਤਿਹਾਸ ਖੋਲ ਕੇ ਦੇਖੋ, ਜਿਹੜੇ ਦੇਸ਼ ਨੇ ਜਿਹੜੇ ਆਪਸ ਦੇ ਵਿੱਚ ਜਦੋਂ ਉਹਨਾਂ ਦੇ ਮਤਭੇਦ ਪੈਦਾ ਹੁੰਦੇ, ਉਹ ਐਲੀਗੇਸ਼ਨਸ ਲਾਉਂਦੇ ਆ, ਫਿਰ ਉਹਨਾਂ ਦੇ ਨਾ ਵੱਡੇ ਲੀਡਰ ਕਿਸੇ ਲੈਵਲ ਤੇ ਉੱਤੇ ਕਈ ਵਾਰੀ ਇੱਕ ਦੂਜੇ ਦੀ ਕੈਪੀਟਲ ਦੇ ਵਿੱਚ ਕਿਸੇ ਜਿਵੇਂ ਹੁਣ G20 ਹੋਇਆ, ਜਾਂ ਵੈਸੇ ਸਪੈਸੀਫਿਕਲੀ ਡਿਸਪਿਊਟ ਨੂੰ ਰਿਜ਼ੋਲਵ ਕਰਨ ਵਾਸਤੇ ਉਹ ਮਿਲਦੇ ਆ। ਹੁਣ ਜਦੋਂ G20 ਦੇ ਉੱਤੇ ਮੋਦੀ ਔਰ ਟਰੂਡੋ ਮਿਲੇ ਸੀ, ਇਹ ਇਸ਼ੂ ਉੱਥੇ ਰਿਜ਼ੋਲਵ ਹੋ ਜਾਣਾ ਚਾਹੀਦਾ ਜੀ, ਇਹ ਇਸ਼ੂ ਰਿਜ਼ੋਲਵ ਹੋ ਜਾਣਾ ਚਾਹੀਦਾ ਸੀ, ਡਿਸਪਿਊਟ ਖਤਮ। ਉੱਥੇ ਦੋਨਾਂ ਦੇਸ਼ਾਂ ਰਾਦਰ ਉੱਥੇ ਸਟੇਟਮੈਂਟ ਇਹ ਆਉਣੀ ਚਾਹੀਦੀ ਸੀ ਵੀ ਸਾਡੇ ਕੋਲ ਆਇਆ, ਜਿਵੇਂ ਹੁਣ ਭਾਰਤ ਨੇ ਬਾਅਦ ਚੋਂ ਕਿਹਾ ਜਿਸ ਦਿਨ ਸਾਨੂੰ ਇਹ ਪੁਖਤਾ ਜਾਣਕਾਰੀ ਦੇਣਗੇ ਅਸੀਂ ਉਹਦੇ ਹਿਸਾਬ ਨਾਲ ਉਹਦਾ ਜਿਹੜਾ ਹੈਗਾ ਐਕਸ਼ਨ ਲੈ ਲਾਂਗੇ। ਸੋ ਕੂਟਨੀਤਿਕ ਲੈਵਲ ਦੇ ਉੱਤੇ ਇਹਨੂੰ ਰਿਜ਼ੋਲਵ ਕਰ ਲੈਣਾ, ਕਿਉਂਕਿ ਵੰਡਣ ਨੂੰ ਕੋਈ ਡਿਸਪਿਊਟ ਤਾਂ ਹੋਰ ਕੋਈ ਹੈ ਨਹੀਂਗਾ, ਇੱਕ ਕੇਸ ਹੈ, ਇੱਕ ਇਨਸੀਡੈਂਟ ਹੈ। ਔਰ ਭਾਰਤ ਦੀ ਜਿਹੜੀ, ਮੈਂ ਇੱਕ ਉਹਨਾਂ ਦੇ ਹੀ ਜਰਨਲਿਸਟ ਨੂੰ ਸੁਣ ਰਿਹਾ ਸੀ, ਉਹ ਕਹਿੰਦਾ ਭਾਰਤ ਦੀ ਜਿਹੜੀ ਖਾਲਿਸਤਾਨ ਇਸ਼ੂ ਦੇ ਇਲਾਵਾ ਹੋਰ ਕਿਸੇ ਲੈਵਲ ਦੇ ਉੱਤੇ ਕੈਨੇਡਾ ਵਿੱਚ ਕੋਈ ਇੰਟਰਫੀਰੈਂਸ ਨਜ਼ਰ ਨਹੀਂ ਆਉਂਦੀ, ਔਰ ਕੈਨੇਡਾ ਨੂੰ ਨਾਰਮਲ ਕੈਨੇਡੀਅਨ ਜਿਹੜਾ ਹੈਗਾ ਉਹ ਭਾਰਤ ਨੂੰ ਇੱਕ ਅਲਾਈ ਹੀ ਮੰਨਦਾ ਜੀ ਜੀ ਜੀ, ਔਰ ਇੱਕ ਪੀਸਫੁਲ ਕੰਟਰੀ ਮੰਨਦਾ, ਔਰ ਨਾਰਮਲ ਜਿਹੜਾ ਕੈਨੇਡੀਅਨ ਹੈ ਟੂਰਿਜ਼ਮ ਵਾਸਤੇ ਵੀ ਭਾਰਤ ਦੇ ਵਿੱਚ ਆਉਣਾ ਚਾਹੁੰਦਾ। ਜੀ ਬਿਲਕੁਲ। ਸੋ ਉਸ ਲੈਵਲ ਦੇ ਜਿਹੜਾ ਲੋਕਾਂ ਦਾ ਜਿਹੜਾ ਅੰਦਰ ਜਿਹੜਾ ਜਜ਼ਬਾ, ਉਹਨੂੰ ਜੇ ਦੋਨੋਂ ਲੀਡਰ ਧਿਆਨ ਨਾਲ ਸਮਝਦੇ, ਉਹਨੂੰ ਉੱਥੇ ਉਸ ਦਿਨ G20 ਦੇ ਉੱਤੇ ਖਤਮ ਹੋਣਾ ਚਾਹੀਦਾ ਸੀ, ਨਾ ਕਿ ਇਹਨੂੰ ਇੰਨਾ ਵਧਾ ਦੇਣਾ ਚਾਹੀਦਾ ਸੀ। ਸ਼ਾਇਦ ਆਖਰੀ ਸਵਾਲ ਹੈ ਮੇਰਾ, ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਹੁਣ ਇੱਕ ਗੈਂਗਸਟਰ ਦੀ ਵੀ ਵਿੱਚ ਗੱਲ ਆਈ, ਇੱਕ ਗੈਂਗਸਟਰ ਮਾਰਿਆ ਗਿਆ, ਉਹਦੀ ਵੀ ਵਿੱਚ ਗੱਲ ਆ ਰਹੀ ਹੈ। ਫਿਰ ਉਹਦੇ ਬਾਅਦ ਹੁਣ ਇਹ ਵੀ ਗੱਲ ਆ ਰਹੀ ਕਿ ਅਗਲੇ ਦਿਨਾਂ ਦੇ ਵਿੱਚ ਜਿਹੜੀਆਂ ਇੱਥੇ ਭਾਰਤੀ ਏਜੰਸੀਆਂ ਨੇ, ਉਹਨਾਂ ਦੇ ਵੱਡੇ ਅਫਸਰਾਨ ਨੇ, ਉਹ ਬੈਠਣਗੇ ਇਸ 'ਤੇ, ਇਹਦੀ ਸਾਰੀ ਰੂਪਰੇਖਾ ਦੇਖਣਗੇ, ਔਰ ਉਹਦੇ ਨਾਲ ਨਾਲ ਹੀ ਅੱਜ ਕੱਲ੍ਹ ਦੇ ਵਿੱਚ NIA ਦੀਆਂ ਰੇਡਸ ਜਿਹੜੀਆਂ ਨੇ ਹੋ ਰਹੀਆਂ ਨੇ, ਅੱਜ ਵੀ ਹੋਈ ਹੈ, ਔਰ ਖਾਸ ਕਰਕੇ ਇੱਥੇ ਜਦ ਕਿ ਕੈਨੇਡਾ ਦੀ ਗੱਲ ਹੋਈ ਹੈ, ਪਰ ਅੱਜ ਜਿਹੜਾ ਹੈਗਾ ਉਹ ਜਿਹੜੇ ਸਿੱਖ ਫॉर ਜਸਟਿਸ ਜਿਹੜਾ ਹੈਗਾ ਉਹਨਾਂ ਦੇ ਗੁਰਪਤਵੰਤ ਪੰਨੂ ਨੇ, ਉਹਨਾਂ ਦਾ ਘਰ ਇੱਥੇ ਜਿਹੜਾ ਚੰਡੀਗੜ੍ਹ ਦੇ ਵਿੱਚ ਖਾਸ ਕਰਕੇ ਉਹ ਕੌਨਫਿਸਕੇਟ ਕਰ ਦਿੱਤਾ ਗਿਆ। ਅਦਾਲਤ ਦੇ ਸੀਗੇ, ਡੈਫੀਨੇਟਲੀ ਫਰਮਾਨ ਸੀਗਾ। ਪਰ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਐਕਸ਼ਨ ਇਸ ਤਰੀਕੇ ਦਾ ਹੋ ਰਿਹਾ, ਜਾਂ ਵਾਕਈ ਕਿਸੇ ਸਬੂਤਾਂ ਦੇ ਅਧਿਕਾਰ ਤੇ ਆਧਾਰਿਤ ਕੰਮ ਹੋਣਾ ਚਾਹੀਦਾ, ਜਾਂ ਫਿਰ ਸਿਰਫ ਇੱਕ ਰਿਐਕਸ਼ਨਸ ਹੀ ਹੋ ਰਹੇ ਕਿਤੇ ਨਾ ਕਿਤੇ? ਮੈਂ ਜਿਹੜੇ ਹੈਗੇ ਅਦਾਲਤੀ ਕਾਰਵਾਈ ਮੈਂ ਬਾੜੀ ਦੇਖੀ ਨਹੀਂ ਹੈ, ਪਰ ਗੁਰਪਤਵੰਤ ਪੰਨੂ ਦਾ ਤੁਸੀਂ ਮੈਨੂੰ ਯਾਦ ਕਰਾਇਆ ਕਿ ਗੁਰਪਤਵੰਤ ਪੰਨੂ ਇੱਕ ਪਾਸੇ ਤਾਂ ਕਹਿ ਰਹੇ ਆ ਕਿ ਤੁਸੀਂ ਭਾਰਤ ਨੂੰ ਕੈਨੇਡੀਅਨ ਮੈਟਰ ਦੇ ਵਿੱਚ ਇੰਟਰਫੇਅਰ ਕਰਨ ਦਾ ਕੋਈ ਹੱਕ ਨਹੀਂ, ਖੁਦ US ਸਿਟੀਜ਼ਨ ਹੋ ਕੇ ਕਹਿ ਰਹੇ ਆ ਕਿ ਕੈਨੇਡਾ 'ਚੋਂ ਸਾਰੇ ਹਿੰਦੂ ਭਾਜੋ। ਹੁਣ ਇਹ ਇੰਟਰਫੇਅਰੈਂਸ ਨਹੀਂ, US ਸਿਟੀਜ਼ਨ ਕਿਉਂ ਕਹੂਗਾ ਜੀ ਕੈਨੇਡਾ ਬਾਰੇ? ਤੇ ਔਰ ਇਹ ਕਿੰਨੀ ਕੁ ਜਿਹੜੀ ਐਕਸੈਪਟੇਬਲ ਸਟੇਟਮੈਂਟ ਹੈ ਇਹ ਜੀ? ਤੁਸੀਂ ਕੈਨੇਡਾ ਦੀ ਇੱਕ ਉੱਥੇ ਡੈਮੋਕ੍ਰੇਸੀ ਮੰਨੀ ਜਾਂਦੀ ਹੈ, ਆਮ ਲੋਕੀ ਮੰਨਦੇ ਆ,
ਔਰ ਦੂਸਰੀ ਗੱਲ ਉਹ ਜਿਹੜੀ ਤੁਸੀਂ ਗੈਂਗਸਟਰ ਦੀ ਗੱਲ ਕੀਤੀ ਸੀ ਕਿ ਉਹਦੇ ਤੇ ਵੀ ਬੜੀ ਇੱਕ ਇਤਰਾਜ਼ਯੋਗ ਗੱਲ ਹੈ ਕਿ ਸੋਸ਼ਲ ਮੀਡੀਆ ਦੇ ਵਿੱਚ ਉਸ ਨੂੰ ਵੀ ਗੈਂਗਸਟਰ ਨੂੰ ਵੀ ਖਾਲਿਸਤਾਨੀ ਔਰ ਖਾਲਿਸਤਾਨੀ ਅਗੇਨ ਜਿਵੇਂ ਤੁਸੀਂ ਪਹਿਲਾਂ ਕਿਹਾ ਉਹ ਪੱਗ ਨਾਲ ਐਸੋਸੀਏਟਡ ਹੈ। ਹੁਣ ਜਿਹੜੀ ਇੱਕ ਗੈਂਗਸਟਰ ਨੂੰ ਪਹਿਲਾਂ ਖਾਲਿਸਤਾਨੀ ਬਣਾ ਦਿਓ, ਖਾਲਿਸਤਾਨੀ ਨੂੰ ਫਿਰ ਪੱਗ ਨਾਲ ਐਸੋਸੀਏਟ ਕਰ ਦਿਓ, ਜਿਹਨੇ ਫਿਰ ਸਾਰੇ ਪੱਗਾਂ ਵਾਲੇ ਖਾਲਿਸਤਾਨੀ। ਸੋ ਇਹ ਜਿਹੜੀ ਸਿਆਸਤ ਹੈ ਨਾ, ਇਹ ਜਿਹੜੀ ਬੀਜੇਪੀ ਹੈ, ਜੇ ਸੁਨੀਲ ਜਾਖੜ ਕਹਿੰਦੇ ਨੇ ਨਾ ਬਈ ਦੇਸ਼ ਸਭ ਤੋਂ ਉੱਤੇ ਆ, ਦੇਸ਼ ਸਰਕਾਰ ਨਹੀਂ ਹੁੰਦਾ, ਦੇਸ਼ ਉਹਦੇ ਲੋਕ ਹੁੰਦੇ। ਸੋ ਸੁਨੀਲ ਜਾਖੜ ਜੀ ਨੂੰ ਆਪਣੀ ਪਾਰਟੀ ਹਾਈ ਕਮਾਂਡ ਨੂੰ ਇਹ ਕਹਿਣਾ ਚਾਹੀਦਾ ਜੀ ਕਿ ਇਹ ਟੈਂਡੈਂਸੀ ਜਿਹੜੀਆਂ ਹੈਗੀਆਂ, ਇਹ ਰੁਝਾਨ ਜਿਹੜੇ ਆ, ਇਹਨਾਂ ਨੂੰ ਨੱਥ ਪਾਉਣ ਦੀ ਲੋੜ ਹੈ ਜੀ। ਬਈ ਇਹੋ ਜਿਹੀ ਇਹਦੇ ਨਾਲ ਕੋਈ ਫਾਇਦਾ ਨਹੀਂ ਜੇ ਹੁਣ ਇਹਦੇ ਨਾਲ ਐਸਾ ਨੁਕਸਾਨ ਹੋਊਗਾ ਕਿਸੇ ਦਿਨ, ਉਹਦੇ ਵਿੱਚ ਇਹ ਥੋੜਾ ਜਿਹਾ ਤਿੱਖਾ ਹੋਏਗਾ। ਇੱਕ ਬਹੁਤ ਜਿਹੜੇ ਸੀਗੇ ਜੀ, ਮੈਨੂੰ ਸਵੀਡਨ ਦੇ ਇੱਕ ਐਕਸਪਰਟ ਸੀ, ਉਹਨਾਂ ਨਾਲ ਮੁਲਾਕਾਤ ਬਹੁਤ ਦੇਰ 20-25 ਸਾਲ ਪਹਿਲਾਂ ਦੀ ਗੱਲ ਹੋਈ। ਉਹ ਕਨਫਲਿਕਟ ਰੈਜ਼ੋਲੂਸ਼ਨ ਦੇ ਸੀਗੇ। ਉਹ ਕਹਿੰਦੇ ਕੋਈ ਵੀ ਮੁੱਦਾ ਹੁੰਦਾ ਨਾ, ਉਹਦੇ 3 ਪਹਿਲੂ ਹੁੰਦੇ ਆ। ਇੱਕ ਹੁੰਦਾ ਇਸ਼ੂ, ਇੱਕ ਡਿਮਾਂਡ, ਇੱਕ ਸਲੋਗਨ। ਤੇ ਸਲੋਗਨ ਨੂੰ ਇਗਨੋਰ ਕਰਨਾ ਚਾਹੀਦਾ, ਡਿਮਾਂਡ ਨੈਗੋਸ਼ੀਏਟ ਕਰ ਲਓ ਤੇ ਜਿਹੜਾ ਇਸ਼ੂ ਆ ਉਹ ਸੈਟਲ ਕਰ ਦਿਓ। ਹੁਣ ਇਹਦੇ 'ਚ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਸਲੋਗਨ ਵਧਣਗੇ ਜੀ। ਡਿਮਾਂਡ ਇੰਡੀਆ ਤੇ ਜਿਹੜੀ ਹੈਗੀ ਆ ਕੈਨੇਡਾ ਦੇ ਵਿੱਚ ਆਪਸ 'ਚ ਡਿਮਾਂਡ ਕੋਈ ਨਹੀਂ ਹੈ। ਇਸ਼ੂ ਜਿਹੜਾ ਤੁਸੀਂ ਕਹਿੰਦੇ ਹੋ ਜਿਹੜਾ ਨਿੱਜਰ ਵਾਲਾ ਇਸ਼ੂ ਹੈ ਜਾਂ ਕੋਈ ਹੋਰ ਇਸ਼ੂ ਹੈ, ਮੇਰੇ ਹਿਸਾਬ ਦੇ ਨਾਲ ਇਹ ਇੰਝ ਹੀ ਕੋਈ ਲੈਵਲ ਦੇ ਉੱਤੇ, ਕਿਸੇ ਲੈਵਲ ਦੇ ਉੱਤੇ ਠੰਡੇ ਬਸਤੇ 'ਚ ਹੌਲੀ ਹੌਲੀ ਇਹਨੂੰ ਹਿਸਟਰੀ ਵਾਸਤੇ ਛੱਡ ਦਿੱਤਾ ਜਾਊਗਾ। ਇਹਦੇ ਉੱਤੇ ਕੀ ਫੈਸਲਾ ਲੈਣਾ ਜੀ। ਬਹੁਤ ਬਹੁਤ ਧੰਨਵਾਦ ਸਰ। शुक्रिया। राहत इंदौरी की गल याद आती है, कहते भी सरहदों पे देखो तनाव है, पता करो क्या कहीं चुनाव है। सच विच कि इदां दी गल तां नहीं कि इलैक्शन जिहड़ा हैगा उही इस सारे पंगे या इस सारे दे सारा जिहड़ा भी इस टाइम एक खिलारा पिया होया ਉਹਦਾ ਮੇਨ ਜਿਹੜਾ ਫੋਕਸ ਹੈਗਾ। ਪਰ ਫਿਰ ਵੀ ਕਿਤੇ ਨਾ ਕਿਤੇ ਇਸ ਤਰੀਕੇ ਦੇ ਨਾਲ ਜੋ ਵੀ ਗੱਲਾਂ ਹੋ ਰਹੀਆਂ ਨੇ, ਇਹ ਇੰਟਰਨੈਸ਼ਨਲ ਲੈਵਲ ਦੀਆਂ ਜਿਹੜੀਆਂ ਗੱਲਾਂ ਨੇ, ਇਹ ਬਹੁਤ ਹੀ ਜ਼ਿਆਦਾ ਡਿਪਲੋਮੈਟਿਕ ਤਰੀਕੇ ਦੇ ਨਾਲ ਸੋਲਵ ਕੀਤੀਆਂ ਜਾਣੀਆਂ ਚਾਹੀਦੀਆਂ। ਸਾਡੇ ਨਾਲ ਅੱਜ ਮੇਰੇ ਮਹਿਮਾਨ ਜਿਹੜੇ ਸੀਗੇ ਉਹ ਸੀਨੀਅਰ ਪੱਤਰਕਾਰ ਨੇ, ਬਹੁਤ ਸੀਨੀਅਰ ਨੇ, ਔਰ ਉਹਨਾਂ ਦਾ ਨੈਸ਼ਨਲ ਔਰ ਇੰਟਰਨੈਸ਼ਨਲ ਖਾਸ ਕਰਕੇ ਲੈਵਲ ਤੇ ਉਹ ਬਹੁਤ ਜ਼ਿਆਦਾ ਆਪਣੀ ਪੈਣੀ ਨਜ਼ਰ ਰੱਖਦੇ ਨੇ, ਔਰ ਉਹਨਾਂ ਦੇ ਜਿਹੜੇ ਵੀ ਕਮੈਂਟਸ ਹੁੰਦੇ ਨੇ ਜਾਂ ਉਹਨਾਂ ਦੀ ਆਪਣੀ ਜਿਹੜੀਆਂ ਕਹਿ ਸਕਦੇ ਹਾਂ ਇਵੈਲੂਏਸ਼ਨਸ ਹੁੰਦੀਆਂ ਨੇ, ਉਹ ਬਹੁਤ ਹੀ ਕਰੈਕਟ ਹੁੰਦੀਆਂ ਨੇ ਔਰ ਬਹੁਤ ਹੀ ਬੈਲੈਂਸਡ ਹੁੰਦੀਆਂ ਨੇ। ਬੇਸਿਕਲੀ ਬਹੁਤ बैलेंस पत्रकारी उन्होंने हमेशा की है। शुक्रिया उन्होंने अदा करती। अज मेरे मेहमान से, पर उस दे नाल ही देखा जाए तो मसले चाहे जिन्ने मर्जी वड्डे होण, पर उन्होंने खास करके इस तरह के जिथे कि देशों के लोग जिहड़े ने इन्वॉल्व होण ते सरकारों नूं थोड़ा जिहा तां सोच के काम करना चाहिए। और सब तो पहले खास करके जे पंजाब की गल कर लीए, सरहदी इलाका रहा हमेशा और हमेशा ही है जिहड़ा वो तलवार की नोक ते रहा। इस दे नाल वधीकियां भी बहुत हुईयां ने और हर वारी हुंदियां ने, पर फिर भी सरकारां नूं चाहीदा है कि उधर भी पंजाबी बैठे ने, चाहे वो अज कैनेडियन हो गए ने, इधर भी पंजाबी ने, और सरकारां दा अजे जिहड़ा पंजाब हैगा वो इस भारत दा हिस्सा हैगा और डेफिनेटली बाकी पूरे दे पूरे भारत की तरह पंजाब नूं भी उस तरीके दे नाल देखना ते समझना चाहिए। मेरे नाल अज मेरी कैमरा टीम ते सीगे सरबजीत ते मैनूं दो इजाज़त। फिर मिलांगे किसी नवीं जगह किसी नवे मेहमान दे नाल। तद तक बहुत बहुत शुक्रिया, धन्यवाद।